मैं शुरू कर ही दिता जानना पाता भी नशे नुशे कहा जाता भी बड़ा कारण बनता। सब तो पहला इसे टॉपिक ते आने आ तुसीं तुहाडीआं वीडियोज़ बहुत वायरल हो रही सोशल मीडिया के उपर। तेल वाली गल ते बाद चों आने जिहड़ी मैं अक्सर देखदा वीडियोज़ तुहाडी दे विच। सब तो पहला ये दसो भी की कारण ने बचपन दीआं गलतियां नशे या फिर मुख तौर ते इस समय पंजाब खास तौर ते खिता पीजे बर्गर न्यूडल मैकरोनी मैगी वगैरह आ जाती है जां समोसे टिक्कियां मठियां भटूरे वगैरह जिहड़े इदां दीयां चीज़ां खांदे हैगे आ इहदे नाल साडा लीवर खराब हुंदा है जिहड़ा साडी पाचन शक्ति आ कमज़ोर हो जाती है क्योंकि जदों ये चीज़ां साडे अंदर जांदियां लेसदार बन जांदियां वो फिर नसां 'च जम्मदा हैगा ते उहदे नाल मर्दाना कमज़ोरी आउणी शुरू हो जाती है। ਇਹਦੇ ਤੋਂ ਇਲਾਵਾ ਜਿਹੜੀਆਂ ਬਚਪਨ ਦੀਆਂ ਗਲਤੀਆਂ ਜਾਂ ਕੋਈ ਲੋਕ ਜਿਹੜੇ ਹੈਗੇ ਆ ਉਹ ਹਸਤ ਮੈਥਨ ਕਰਦੇ ਆ ਅਸ਼ਲੀਲ ਸਾਹਿਤ ਪੜ੍ਹ ਕੇ ਅਸ਼ਲੀਲ ਫਿਲਮਾਂ ਦੇਖ ਕੇ ਲਗਾਤਾਰ ਹਸਤ ਮੈਥਨ ਆ ਜਿਹੜਾ ਉਹਦੇ ਨਾਲ ਨਸਾਂ ਦਾ ਢਿੱਲਾਪਨ ਆਉਂਦਾ ਹੈ। ਮੇਨ ਪੁਆਇੰਟ ਤੇ ਜਿਹੜਾ ਮੈਂ ਪਹਿਲਾਂ ਛੱਡਿਆ ਸੀ ਉਹਦੇ ਤੇ ਆਉਂਦੇ ਆ। ਸਾਡੇ ਸਿਆਣੇ ਇੱਕ ਬਜ਼ੁਰਗ ਕਹਿੰਦੇ ਨੇ ਕਿ ਸਰੋਂ ਦਾ ਤੇਲ ਬੜਾ ਕੰਮ ਦਾ ਹੈ, ਸਰੋਂ ਦਾ ਤੇਲ ਧੁੰਨੀ 'ਚ ਲਾਓ ਨੱਕ 'ਚ ਪਾਓ ਹੈ ਨਾ, ਬੜਾ ਕੁਝ ਕਿਹਾ ਜਾਂਦਾ ਵੀ ਸਰੀਰ ਨੂੰ ਫਿੱਟ ਰੱਖਦਾ। ਤਾਂ ਤੁਸੀਂ ਹੋਰ ਹੀ ਦਾਵਾ ਕਰ ਦਿੱਤਾ ਕਹਿੰਦੇ ਕਿ ਤੁਸੀਂ ਕਹਿੰਦੇ ਹੋ ਵੀ ਇਹ ਤੇਲ ਵਰਤਣਾ ਹੀ ਨਹੀਂ ਚਾਹੀਦਾ, ਇਹ ਬੜਾ ਘਾਤਕ ਹੈ। ਕੀ ਕਹੋਗੇ, ਕੀ ਤੱਤ ਨੇ ਤੁਹਾਡੇ ਕੋਲ? जिन्ने भी आयुर्वेद के तुसी शास्त्र पढ़ लो ग्रंथ पढ़ लो तुसी आ पाई है देखो चरक साहित्य हैगी आ तुसी चरक दत्त हो गया है ना आयुर्वेदिक चिकित्सा विज्ञान हो गया जाए तो इलावा जिहड़ा अष्टांग हृदय आउंदा हैगा जिहड़े भी मर्जी ग्रंथ का तुसी नाम ले लो किसी भी ग्रंथ दे विच तुसी जिहड़ा हैगा जी ओह तुहानूं एक भी शास्त्री योग सरों के तेल विच नहीं मिलेगा जिहदे नाल तुसी मालिश कर सकते हो। ਆਪਾਂ ਸੁਪਨ ਦੋਸ਼ ਕਹਿੰਦੇ ਆ ਨਾਈਟ ਫਾਲ ਜਿਹੜੀ ਹੁੰਦੀ ਆ ਵੀ ਰਾਤ ਨੂੰ ਸੁੱਤੇ ਪਏ ਆ ਕੋਈ ਦਿਮਾਗ ਦੇ ਵਿੱਚ ਕੋਈ ਸੁਪਨਾ ਕੋਈ ਖਿਆਲ ਇੱਦਾਂ ਦਾ ਆਉਂਦਾ ਹੈਗਾ ਔਰ ਧਾਤੂ ਜਿਹੜੀ ਹੈਗੀ ਆ ਉਹ ਖਿਸਕ ਜਾਂਦੀ ਹੈਗੀ ਆ। ਇਹਨਾਂ ਸਮੱਸਿਆ ਦੇ ਨਾਲ ਨੌਜਵਾਨ ਵਰਗ ਜਿਹੜਾ ਹੈਗਾ ਆ ਉਹ ਜੂਝ ਰਿਹਾ ਔਰ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਜਿਹੜੀ ਹੈਗੀ ਆਪਣੀ ਮੈਡੀਸਨ ਤਿਆਰ ਕੀਤੀ। ਇਹ 60 ਕੈਪਸੂਲ ਹੁੰਦੇ ਆ ਲੇਕਿਨ ਇਹ ਪ੍ਰੋਬਲਮ ਦੇ ਹਿਸਾਬ ਨਾਲ ਹੁੰਦੇ ਹੈਗੇ ਹੈ ਨਾ ਵੀ ਕਿਸੇ ਨੂੰ ਇਹ ਅਸੀਂ 60 ਦਿੰਦੇ ਆ ਜੇ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ ਤਾਂ ਇਹਦੀ ਡੋਜ਼ ਅਸੀਂ ਡਬਲ ਕਰ ਦਿੰਦੇ ਹਾਂ। ਸੋ ਤੁਸੀਂ ਡਾਕਟਰ ਸਾਹਿਬ ਦਵਾਈਆਂ ਵੀ ਦਿਖਾਤੀਆਂ। ਇੱਕ ਗੱਲ ਦਾ ਜ਼ਹਿਨ 'ਚ ਮੇਰੇ ਸਵਾਲ ਘੁੰਮ ਰਿਹਾ ਵੀ ਇਹ ਦਵਾਈਆਂ ਜਿਹੜੀਆਂ ਤੁਸੀਂ ਦਿਖਾਈਆਂ ਨੇ ਤੁਸੀਂ ਆਪ ਦੱਸਿਆ ਇਹਦਾ ਆ ਨਾਮ ਇਹਦਾ ਆ ਨਾਮ ਕੀ ਇਹ ਰਜਿਸਟਰ ਨੇ? ਕਿਉਂਕਿ ਕੱਲ੍ਹ ਨੂੰ ਇਹ ਸਵਾਲ ਤੁਹਾਨੂੰ ਉਹਨਾਂ ਨੇ ਵੀ ਪੁੱਛਣਾ ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ, ਇਸ ਕਰਕੇ ਪਹਿਲਾਂ ਹੀ ਦਰਸ਼ਕਾਂ ਨੂੰ ਕਲੀਅਰ ਕਰ ਲਈਏ ਤੇ ਇਹ ਦਵਾਈਆਂ ਰਜਿਸਟਰ ਨਹੀਂ ਜਾਂ ਨਹੀਂ? ਸਤਿ ਸ਼੍ਰੀ ਅਕਾਲ ਦਾ ਟੀਵੀ NRI ਵੇਖ ਰਹੇ ਹੋ ਤੁਸੀਂ। ਨੌਜਵਾਨ ਪੀੜ੍ਹੀ ਦੇ ਵਿੱਚ ਬੜਾ ਜੋਸ਼ ਹੁੰਦਾ ਹੈ, ਉਸ ਜੋਸ਼ ਦੇ ਵਿੱਚ ਕਈ ਵਾਰ ਅਸੀਂ ਹੋਸ਼ ਤੋਂ ਕੰਮ ਲੈਣਾ ਭੁੱਲਦੇ ਹਾਂ ਤੇ ਫਿਰ ਉਹ ਜੋਸ਼ ਵੀ ਗਵਾ ਬੈਠਦੇ ਹਾਂ। ਮੈਂ ਕਿਹੜੇ ਜੋਸ਼ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਸਾਂਝ ਪਾਈਏ। ਮੈਂ ਗੱਲ ਕਰ ਰਿਹਾ ਸੈਕਸ ਸੰਬੰਧੀ ਜੋਸ਼ ਦੀ, ਜਿਹੜਾ ਸਾਡੇ ਦੇ ਵਿੱਚ ਅੰਦਰ ਜੋਸ਼ ਹੁੰਦਾ ਹੈ ਜਿਹਦੇ ਤੋਂ ਕੰਮ ਲੈ ਕੇ ਅਸੀਂ ਆਪਣੇ ਅੰਸ਼ ਵੰਸ਼ ਨੂੰ ਅੱਗੇ ਤੋਰਨਾ ਹੁੰਦਾ ਹੈ ਤੇ ਇੱਕ ਚਰਮ ਸੁੱਖ ਤੱਕ ਵੀ ਪਹੁੰਚਣਾ ਹੁੰਦਾ ਹੈ। ਉਹ ਵਾਲੇ ਜੋਸ਼ ਦੀ ਗੱਲ ਕਰ ਰਹੇ ਹਾਂ। ਇਹਦੇ ਵਿੱਚ ਅੱਜ ਕੱਲ੍ਹ ਭਾਰੀ ਗਿਰਾਵਟ ਆ ਰਹੀ ਹੈ। ਕਾਰਨ ਬੜੇ ਸਾਰੇ ਨੇ। ਪਹਿਲਾ ਕਾਰਨ ਤਾਂ ਨਸ਼ਾ ਗਿਣਦੇ ਨੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਕਈ ਗਲਤੀਆਂ ਦੱਸੀਆਂ ਜਾਂਦੀਆਂ ਨੇ। ਇਹ ਸਾਰੇ ਸ਼ੰਕੇ ਜਿਹੜੇ ਨੇ ਇਹਨਾਂ ਦਾ ਨਿਵਾਰਨ ਕਰਨ ਦੇ ਲਈ ਅੱਜ ਅਸੀਂ ਫਗਵਾੜੇ ਦੇ ਵਿੱਚ ਪਹੁੰਚੇ ਹਾਂ। ਮੇਰੇ ਨਾਲ ਡਾਕਟਰ ਸੰਜੀਵ ਕੁਮਾਰ ਮੌਜੂਦ ਨੇ, ਗ੍ਰੇਟ ਪਾਥ ਆਯੁਰਵੇਦਾ ਤੇ ਪਹੁੰਚੇ ਹੋਏ ਆ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਹਰੇਕ ਸ਼ੰਕੇ ਦਾ ਨਿਵਾਰਨ ਉਹਨਾਂ ਤੋਂ ਲਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਜਿੱਦਾਂ ਮੈਂ ਸ਼ੁਰੂ ਕਰ ਹੀ ਦਿੱਤਾ ਚਾਨਣਾ ਪਾਤਾ ਵੀ ਨਸ਼ੇ ਨੁਸ਼ੇ ਕਿਹਾ ਜਾਂਦਾ ਵੀ ਬੜਾ ਕਾਰਨ ਬਣਦਾ। ਸਭ ਤੋਂ ਪਹਿਲਾਂ ਇਸੇ ਟੌਪਿਕ ਤੇ ਆਉਂਦੇ ਆ। ਤੁਸੀਂ ਤੁਹਾਡੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਪਰ। ਤੇਲ ਵਾਲੀ ਗੱਲ ਤੇ ਬਾਅਦ ਚੋਂ ਆਉਂਦੇ ਜਿਹੜੀ ਮੈਂ ਅਕਸਰ ਦੇਖਦਾ ਵੀਡੀਓਜ਼ ਤੁਹਾਡੀ ਦੇ ਵਿੱਚ। ਸਭ ਤੋਂ ਪਹਿਲਾਂ ਇਹ ਦੱਸੋ ਵੀ ਕੀ ਕਾਰਨ ਨੇ ਬਚਪਨ ਦੀਆਂ ਗਲਤੀਆਂ ਨਸ਼ੇ ਜਾਂ ਫਿਰ ਮੁੱਖ ਤੌਰ ਤੇ ਇਸ ਸਮੇਂ ਪੰਜਾਬ ਖਾਸ ਤੌਰ ਤੇ ਖਿੱਤਾ ਇਸ ਦੇ ਵਿੱਚ ਇਹਦਾ ਕੀ ਕਾਰਨ ਹੈ ਕਿ ਸੈਕਸ ਜਿਹੜੀ ਲਾਈਫ ਹੈ ਉਹ ਲਗਾਤਾਰ ਸਪੋਇਲ ਹੋ ਰਹੀ ਹੈ ਲੋਕਾਂ ਦੀ? ਦੇਖੋ ਜਿਹੜੀ ਮਰਦਾਨਾ ਕਮਜ਼ੋਰੀ ਆ ਬਹੁਤ ਸਾਰੇ ਕਾਰਨ ਆ। ਇੱਕ ਕਾਰਨ ਕਦੇ ਵੀ ਕਿਸੇ ਚੀਜ਼ ਨੂੰ ਖ਼ਤਮ ਨਹੀਂ ਕਰਦਾ ਹੈ। ਨੌਜਵਾਨ ਤਬਕਾ ਜੇ ਆਪਾਂ ਨੋਰਮਲ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਆ ਉੱਥੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਉਹਦੇ ਵਿੱਚ ਜਿਹੜਾ ਖਾਣ ਪੀਣ ਹੈ ਨੌਜਵਾਨਾਂ ਦਾ ਉਹ ਬੜਾ ਖਤਰਨਾਕ ਦੌਰ 'ਤੇ ਪਹੁੰਚਿਆ ਹੋਇਆ। ਮੈਦਾ ਇੰਨਾ ਖਤਰਨਾਕ ਆ ਸਾਡੇ ਲਈ ਖਾਣਾ ਵੀ ਲਗਾਤਾਰ ਲੋਕ ਜਿਹੜੇ ਹੈਗੇ ਆ ਖਾਸ ਕਰਕੇ ਨੌਜਵਾਨ ਪੀੜ੍ਹੀ ਚਾਹੇ ਉਹ ਮੁੰਡੇ ਆ ਚਾਹੇ ਕੁੜੀਆਂ ਲਗਾਤਾਰ ਮੈਦਾ ਖਾ ਰਹੇ ਆ। ਸ਼ਾਮ ਨੂੰ ਖਾਣ ਪੀਣ ਦੇ ਸ਼ੌਕੀਨ ਆ ਜਿਹੜੇ ਉਹ ਰੇਹੜੀਆਂ ਤੋਂ ਲੱਭਦੇ ਆ
ਉਹਦੇ ਵਿੱਚ ਆ ਪੀਜ਼ੇ 버ਗਰ ਨਿਊਡਲ ਮੈਕਰੋਨੀ ਮੈਗੀ ਵਗੈਰਾ ਆ ਜਾਂਦੀ ਹੈਗੀ ਆ, ਜਾਂ ਸਮੋਸੇ ਟਿੱਕੀਆਂ ਮੱਠੀਆਂ ਭਟੂਰੇ ਵਗੈਰਾ ਜਿਹੜੇ ਇਦਾਂ ਦੀਆਂ ਚੀਜ਼ਾਂ ਖਾਂਦੇ ਹੈਗੇ ਆ। ਇਹਦੇ ਨਾਲ ਸਾਡਾ ਲੀਵਰ ਖਰਾਬ ਹੁੰਦਾ ਹੈ, ਜਿਹੜਾ ਸਾਡੀ ਪਾਚਨ ਸ਼ਕਤੀ ਆ ਉਹ ਕਮਜ਼ੋਰ ਹੋ ਜਾਂਦੀ ਆ, ਕਿਉਂਕਿ ਜਦੋਂ ਇਹ ਚੀਜ਼ਾਂ ਸਾਡੇ ਅੰਦਰ ਜਾਂਦੀਆਂ ਲੇਸਦਾਰ ਬਣ ਜਾਂਦੀਆਂ, ਉਹ ਫਿਰ ਨਸਾਂ 'ਚ ਜੰਮਦਾ ਹੈਗਾ ਆ ਅਤੇ ਉਹਦੇ ਨਾਲ ਮਰਦਾਨਾ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ। ਨਸ਼ਾ ਇੱਕ ਬਹੁਤ ਵੱਡਾ ਕਾਰਨ ਹੈਗਾ। ਨਸ਼ਾ ਕਿਸੇ ਵੀ ਪ੍ਰਕਾਰ ਦਾ ਤੁਸੀਂ ਕਰ ਲਓ, ਕੋਈ ਵੀ ਨਸ਼ਾ ਕਰ ਲਓ, ਇੱਕ ਸਿਗਰਟ ਸ਼ਰਾਬ ਤੋਂ ਸ਼ੁਰੂ ਕਰ ਲਈਏ, ਉਹ ਤੋਂ ਉੱਪਰਲੇ ਜਿੰਨੇ ਵੀ ਨਸ਼ੇ ਹੈਗੇ ਆ, ਥੋੜ੍ਹੇ ਸਮੇਂ ਦੇ ਲਈ ਬੰਦੇ ਨੂੰ ਇੱਦਾਂ ਲੱਗਦਾ ਕਿ ਮੈਂ ਇਹ ਨਸ਼ਾ ਕਰਕੇ ਅਗਰ ਆਪਣੇ ਜੀਵਨ ਸਾਥੀ ਕੋਲ ਜਾਊਂਗਾ ਜਾਂ ਆਪਣੇ ਪਾਰਟਨਰ ਦੇ ਕੋਲ ਜਾਊਂਗਾ, ਮੈਨੂੰ ਲੰਬਾ ਸਮਾਂ ਮੈਂ ਆਨੰਦ ਮਾਣ ਸਕਦਾ ਹੈ ਨਾ ਗ੍ਰਸਤ ਦਾ। ਲੇਕਿਨ ਹੌਲੀ ਹੌਲੀ ਇਹ ਜਿਹੜਾ ਨਸ਼ਾ ਹੈਗਾ ਉਹ ਬੰਦੇ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦਾ। ਪਹਿਲਾਂ ਬੰਦਾ ਨਸ਼ਾ ਚਾਅ ਦੇ ਵਿੱਚ ਕਰਦਾ, ਫਿਰ ਉਹਦੀ ਕਮਜ਼ੋਰੀ ਬਣ ਜਾਂਦਾ, ਮਜਬੂਰੀ ਬਣ ਜਾਂਦਾ ਹੈ, ਪਰ ਅਖੀਰ 'ਤੇ ਆ ਕੇ ਨਸ਼ਾ ਵੀ ਉਸ ਬੰਦੇ ਦਾ ਸਾਥ ਛੱਡ ਜਾਂਦਾ। ਇਹਦੇ ਤੋਂ ਇਲਾਵਾ ਜਿਹੜੀਆਂ ਬਚਪਨ ਦੀਆਂ ਗਲਤੀਆਂ, ਜਾਂ ਕੋਈ ਲੋਕ ਜਿਹੜੇ ਹੈਗੇ ਆ ਉਹ ਹਸਤ ਮੈਥੁਨ ਕਰਦੇ ਆ, ਅਸ਼ਲੀਲ ਸਾਹਿਤ ਪੜ੍ਹ ਕੇ, ਅਸ਼ਲੀਲ ਫਿਲਮਾਂ ਦੇਖ ਕੇ ਲਗਾਤਾਰ ਹਸਤ ਮੈਥੁਨ ਆ ਜਿਹੜਾ, ਉਹਦੇ ਨਾਲ ਨਸਾਂ ਦਾ ਢਿੱਲਾਪਨ ਆਉਂਦਾ ਹੈ ਨਾ। ਜਦੋਂ ਇੰਦਰੀ ਦੇ ਵਿੱਚ ਪ੍ਰੋਪਰ ਤਣਾਅ ਨਹੀਂ ਆ ਪਾਉਂਦਾ, ਉਹਦੇ ਨਾਲ ਫਿਰ ਜਿਹੜੀ ਹੈਗੀ ਆ ਇਹ ਸੈਕਸੁਅਲ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਆ। ਇਸ ਤੋਂ ਇਲਾਵਾ ਸਰ ਜਿਹੜਾ ਇੱਕ ਆਮ ਇਨਸਾਨ ਹੈਗਾ, ਜਦੋਂ ਆਪਾਂ ਆਯੁਰਵੇਦ ਦੇ ਅਕੋਰਡਿੰਗ ਗੱਲ ਕਰਦੇ ਹੈਗੇ ਆ, ਤਾਂ ਜਿਹੜਾ ਬੰਦੇ ਦਾ ਸਰੀਰ ਆ ਉਹਦੇ 3 ਦੋਸ਼ ਹੁੰਦੇ ਆ। ਆਪਾਂ 3 ਦੋਸ਼ ਮੰਨ ਕੇ ਚੱਲਦੇ ਹੈਗੇ ਆ, 3 ਪ੍ਰਵਿਰਤੀਆਂ ਕਹਿ ਲਓ, 3 ਪ੍ਰਕਿਰਤੀ ਕਹਿ ਲਓ, ਕੁਦਰਤ ਨੇ ਜਿਹੜੀ ਸਾਨੂੰ ਦਿੱਤੀ ਆ, ਵਾਤ ਪਿੱਤ ਔਰ ਕਫ। ਇਹਦੇ ਅਕੋਰਡਿੰਗ ਵੀ ਜਿਹੜੇ ਲੋਕ ਜਿਨ੍ਹਾਂ ਦਾ ਪਿੱਤ ਦੋਸ਼ ਜ਼ਿਆਦਾ ਵੱਧਦਾ ਹੈ, ਜਿਨ੍ਹਾਂ ਦੇ ਮਿਹਦੇ ਦੇ ਵਿੱਚ ਗਰਮੀ ਵੱਧ ਜਾਂਦੀ ਆ, ਸਰੀਰ 'ਚ ਗਰਮੀ ਹੁੰਦੀ ਆ ਜਿਨ੍ਹਾਂ ਦੇ, ਉਹਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਸੈਕਸੁਅਲ ਵੀਕਨੈਸ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਆ। ਜਿੱਦਾਂ ਆਪਾਂ ਇੱਕ ਤੰਦੂਰ ਦੀ ਗੱਲ ਕਰ ਲਈਏ, ਤੰਦੂਰ ਦੇ ਵਿੱਚ ਰੋਟੀ ਬਣਦੀ ਆ, ਜੇ ਉਹਦੇ ਵਿੱਚੋਂ ਅਗਨੀ ਘੱਟ ਜਾਂਦੀ ਆ ਉਹ ਕੱਚੀ ਰਹਿ ਜਾਣੀ ਆ, ਜੇ ਅਗਨੀ ਵੱਧ ਜਾਂਦੀ ਆ ਤਾਂ ਉਹ ਸੜ ਜਾਣੀ ਆ। ਔਰ ਜਿਨ੍ਹਾਂ ਦੇ ਅੰਦਰ ਅਗਨੀ ਵਧੀ ਹੋਈ ਆ, ਅਗਨਾਸ਼ਯ ਜਿਹੜਾ ਉਹਦੇ ਵਿੱਚ ਗਰਮੀ ਜ਼ਿਆਦਾ ਹੈਗੀ ਆ, ਅਤੇ ਉਹਦੇ ਨਾਲ ਫਿਰ ਸੈਕਸੁਅਲ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਜਿਹੜਾ ਬੀਰਜ ਆ ਉਹ ਪਤਲਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ 'ਚ ਸਪਰਮ ਕਾਊਂਟ ਘਟਣੇ ਸ਼ੁਰੂ ਹੋ ਜਾਂਦੇ ਆ। ਔਰ ਜਿਹੜਾ ਪਤਲਾ ਬੀਰਜ ਆ ਉਹ ਫਿਰ ਜ਼ਿਆਦਾ ਦੇਰ ਤੱਕ ਬੰਦਾ ਰੋਕ ਨਹੀਂ ਸਕਦਾ ਹੈ। ਉਹਨੂੰ ਆਪਾਂ ਕਿਸੇ ਪਾਈਪ ਦੇ ਵਿੱਚ ਦਹੀਂ ਡੋਲੀਏ ਹੈ ਨਾ, ਉਹਨੂੰ ਉਹ ਪਾਈਪ ਦੇ ਵਿੱਚੋਂ ਨਿਕਲਣੇ ਨੂੰ ਟਾਈਮ ਲੱਗਣਾ। ਲੱਸੀ ਡੋਲੀਏ ਥੋੜ੍ਹਾ ਜਿਹਾ ਸਮਾਂ ਘੱਟ ਜਾਣਾ, ਲੇਕਿਨ ਜੇ ਪਾਣੀ ਡੋਲੀਏ ਤਾਂ ਉਹ ਇੱਕਦਮ ਨਿਕਲ ਜਾਣਾ ਹੈਗਾ। ਇਸੇ ਤਰੀਕੇ ਦੇ ਨਾਲ ਬੰਦਾ ਜਦੋਂ ਗ੍ਰਸਤ ਜੀਵਨ ਦੇ ਵਿੱਚ ਜਾਂਦਾ ਤਾਂ ਉਹ ਬਹੁਤ ਜਲਦੀ ਡਿਸਚਾਰਜ ਹੋ ਜਾਂਦਾ ਹੈਗਾ। ਕਾਰਨ ਉਹਦਾ ਜਿਹੜਾ ਹੈਗਾ ਆ ਉਹ ਬੀਰਜ ਦਾ ਪਤਲਾ ਹੋਣਾ ਵੀ ਹੋ ਸਕਦਾ। ਦੂਜੇ ਨੰਬਰ 'ਤੇ ਨਸਾਂ ਦਾ ਢਿੱਲਾਪਨ ਜਿਹੜਾ ਆ ਗਿਆ, ਉਹ ਬਚਪਨ ਦੀਆਂ ਗਲਤੀਆਂ ਕਰਕੇ ਕਹਿ ਲਓ, ਜਾਂ ਉਮਰ ਵੱਧਦੀ ਹੈਗੀ ਉਹਦੇ ਨਾਲ ਕਹਿ ਲਓ, ਜਾਂ ਜਦੋਂ ਜਿਹੜੇ ਮੇਲ ਹਾਰਮੋਨਸ ਹੈਗੇ ਆ, ਟੈਸਟੋਸਟੈਰੋਨ ਜਿਹੜੇ ਹੈਗੇ ਆ, ਜਦੋਂ ਉਹਨਾਂ ਦਾ ਲੈਵਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਦੇ ਵਿੱਚ ਉਹ ਉਤੇਜਨਾ ਵੀ ਨਹੀਂ ਰਹਿੰਦੀ ਹੈ ਨਾ। ਲਾਈਫ ਪਾਰਟਨਰ ਕੋਲ ਪਿਆ ਉਹਦੇ, ਲੇਕਿਨ ਉਹ ਬੰਦੇ ਦੇ ਵਿੱਚ ਉਤੇਜਨਾ ਨਹੀਂ ਆ ਰਹੀ। ਇੰਦਰੀ ਜਿਹੜੀ ਹੈਗੀ ਆ ਉਹ ਸ਼ਰਿੰਕ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ 'ਚ ਪਤਲਾਪਨ ਆਉਣਾ ਸ਼ੁਰੂ ਹੋ ਜਾਂਦਾ, ਟੇਢਾਪਨ ਆਉਣਾ ਸ਼ੁਰੂ ਹੋ ਜਾਂਦਾ। ਸੋ ਇਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਅੱਜ ਨੌਜਵਾਨ ਪੀੜ੍ਹੀ ਨੂੰ ਆਮ ਹੈਗੀਆਂ। ਇਸ ਤੋਂ ਇਲਾਵਾ ਕੁਝ ਬਿਮਾਰੀਆਂ ਹੁੰਦੀਆਂ ਹੈਗੀਆਂ, ਜਿੱਦਾਂ ਬਿਮਾਰੀਆਂ ਦੇ ਵਿੱਚ ਸ਼ੂਗਰ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਆ ਜਾਂਦੀ ਹੈ ਉਹਨਾਂ ਨੂੰ ਵੀ ਮਰਦਾਨਾ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਇਸ ਤਰੀਕੇ ਦੇ ਨਾਲ ਕਾਰਨ ਬਹੁਤ ਹੈਗੇ ਆ, ਅਤੇ ਇੱਦਾਂ ਨਹੀਂ ਹੈਗਾ ਵੀ ਕੋਈ ਵੀ ਇੱਕ ਬੰਦਾ ਜਿਹੜਾ ਆ ਉਹ ਕਿਸੇ ਮੰਨ ਲਓ ਵੀ ਜਿੱਦਾਂ ਆਪਾਂ 4-5 ਕਾਰਨਾਂ ਦੀ ਗੱਲ ਕੀਤੀ ਆ, ਉਹ ਹਰ ਬੰਦੇ 'ਤੇ ਹਰ ਚੀਜ਼ ਲਾਗੂ ਨਹੀਂ ਹੁੰਦੀ ਹੈ। ਕੋਈ ਸ਼ੂਗਰ ਦੇ ਕਰਕੇ ਇਸ ਸਮੱਸਿਆ ਨਾਲ ਜੂਝ ਰਿਹਾ, ਕੋਈ ਬਚਪਨ ਦੀਆਂ ਗਲਤੀਆਂ ਕਰਕੇ, ਕਿਸੇ ਦਾ ਮੰਨ ਲਓ ਇੱਦਾਂ ਹੈਗੀ ਆ ਵੀ ਉਹ ਮਿਹਦੇ ਦੇ ਵਿੱਚ ਗਰਮੀ ਜ਼ਿਆਦਾ ਆ, ਔਰ ਉਹਨੂੰ ਜਦੋਂ ਥੋੜ੍ਹੀ ਬਹੁਤ ਪ੍ਰੋਬਲਮ ਆਈ ਹੈ ਨਾ, ਉਹਨੇ ਫਿਰ ਉਹ ਦਵਾਈਆਂ ਖਾਣੀਆਂ ਸ਼ੁਰੂ ਕੀਤੀਆਂ। ਦਵਾਈਆਂ ਜਿਹੜੀਆਂ ਵੀਕਨੈਸ ਤੋਂ ਦਿੰਦੇ ਹੈਗੇ ਆਮ, ਜਦੋਂ ਲੋਕਾਂ ਦੇ ਕੋਲ ਜਾਂਦੇ ਹੈ ਨਾ, ਜਿਹੜੇ ਵੈਦ ਹੈਗੇ ਆ ਜਾਂ ਉਹਨਾਂ ਦੇ ਕੋਲ ਡਾਕਟਰਾਂ ਦੇ ਕੋਲ ਕੋਈ ਦਵਾਈ ਲੈਣ ਜਾਂਦਾ, ਉੱਥੇ ਇੱਕ ਬੜੀ ਸਮੱਸਿਆ ਆਉਂਦੀ ਹੈਗੀ ਆ, ਕਿਉਂਕਿ ਜਿਹੜੀਆਂ ਦਵਾਈਆਂ ਹੈਗੀਆਂ ਨਾ, ਜਿਨ੍ਹਾਂ ਨੂੰ ਆਪਾਂ ਸੈਕਸ ਦੀਆਂ ਦਵਾਈਆਂ ਕਹਿੰਦੇ ਹੈਗੇ ਆ, ਪਲਾਂਟ ਵੇਸਡ ਜਿਹੜੀਆਂ ਹੈਗੀਆਂ ਜੜੀ ਬੂਟੀਆਂ ਤੋਂ ਬਣਦੀਆਂ, ਉਹ ਸਾਰੀਆਂ ਗਰਮ ਤਸੀਰ ਦੀਆਂ ਹੁੰਦੀਆਂ ਹੈ ਨਾ। ਆਮ ਤੌਰ 'ਤੇ ਜਿਹੜੇ ਨਾਮ ਲਏ ਜਾਂਦੇ ਹੈਗੇ ਆ, ਕੋਈ ਸਫੇਦ ਮੂਸੜੀ, ਕੋਈ ਅਕਰਕਰਾ ਹੋ ਗਿਆ, ਗੋਖਰੂ ਹੋ ਗਿਆ, ਸਾਲਮ ਪੰਜਾ ਹੋ ਗਿਆ ਹੈ ਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਅਸ਼ਵਗੰਧਾ ਹੋ ਗਿਆ, ਇਹ ਸਾਰੀਆਂ ਤਸੀਰ ਦੀਆਂ ਗਰਮ ਆ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਹੈਗੇ ਆ ਵੀ ਜੇਕਰ ਕਿਸੇ ਬੰਦੇ ਦੇ ਮਿਹਦੇ 'ਚ ਗਰਮੀ ਆ, ਉਹਦੀ ਜਿਹੜੀ ਸਰੀਰ ਦੀ ਤਸੀਰ ਆ ਉਹ ਪਿੱਤ ਵਰਧਕ ਆ, ਪਿੱਤ ਦੋਸ਼ ਉਹਦਾ ਬੰਦੇ ਦਾ ਵੱਧ ਰਿਹਾ, ਔਰ ਉਹਦੇ ਅੰਦਰ ਵੀ ਗਰਮੀ ਹੈਗੀ ਆ, ਔਰ ਜੇ ਉਹ ਗਰਮ ਤਸੀਰ ਦੀਆਂ ਚੀਜ਼ਾਂ ਖਾਊਗਾ, ਇਹ ਦਵਾਈਆਂ ਖਾਊਗਾ, ਉਹਦੀ ਪ੍ਰੋਬਲਮ ਠੀਕ ਨਹੀਂ ਹੋਣੀ ਹੈ ਸਰ, ਹੋਰ ਪ੍ਰੋਬਲਮ ਵਧੂਗੀ।
ਹੈ ਨਾ। ਮਤਲਬ ਇਹ ਜਿਹੜੀ ਦਵਾਈ ਹੁੰਦੀ ਹੈ ਵੀ ਵਾਤ ਪਿੱਤ ਔਰ ਕਫ ਨੂੰ ਧਿਆਨ 'ਚ ਰੱਖ ਕੇ ਹੀ ਬਣਾਉਣੀ ਚਾਹੀਦੀ ਆ। ਔਰ ਜਿਸ ਵੈਦ ਨੂੰ ਇਸ ਗੱਲ ਦਾ ਪਤਾ ਹੈ, ਜਿਸ ਡਾਕਟਰ ਨੂੰ ਇਸ ਗੱਲ ਦਾ ਪਤਾ ਆ, ਉਹ ਤਾਂ ਇਲਾਜ ਕਰਨ ਦੇ ਕਾਬਿਲ ਹੈਗਾ ਆ। ਅਦਰਵਾਈਜ਼ ਜੇ ਉਹ ਨੋਰਮਲ ਜਿਹੀਆਂ ਦਵਾਈਆਂ ਚੀਜ਼ਾਂ ਜਿਹੜੀਆਂ ਅਗਰ ਦੇਈ ਜਾਊਗਾ ਵੀ ਸ਼ਿਲਾਜੀਤ ਪਾਤੀ ਜੀ ਵਿੱਚ ਸਫੇਦ ਮੂਸਰੀ ਘੋਟ ਕੇ ਪਾਤੀ ਵਿੱਚ ਤੁਸੀਂ ਅਕਰ ਕਰਾ ਗੋਖਰੂ ਪਾਈ ਜਾਂਦੇ ਹੈਗੇ ਆ, ਸਾਲਮ ਪੰਜਾ ਇੱਦਾਂ ਦੀਆਂ ਚੀਜ਼ਾਂ ਪਾ ਕੇ ਦੇਈ ਜਾਂਦੇ ਆ, ਤਾਂ ਉਸ ਬੰਦੇ ਦੀ ਸਮੱਸਿਆ ਖਤਮ ਨਹੀਂ ਹੋਣੀ ਆ, ਸਗੋਂ ਹੋਰ ਵਧੇਗੀ ਜੀ। ਸੋ ਮੇਨ ਪੁਆਇੰਟ ਤੇ ਜਿਹੜਾ ਮੈਂ ਪਹਿਲਾਂ ਛੱਡਿਆ ਸੀ ਉਹਦੇ ਤੇ ਆਉਂਦੇ ਆ। ਸਾਡੇ ਸਿਆਣੇ ਇੱਕ ਬਜ਼ੁਰਗ ਕਹਿੰਦੇ ਨੇ ਕਿ ਸਰੋਂ ਦਾ ਤੇਲ ਬੜਾ ਕੰਮ ਦਾ ਹੈ, ਸਰੋਂ ਦਾ ਤੇਲ ਧੁੰਨੀ 'ਚ ਲਾਓ, ਨੱਕ 'ਚ ਪਾਓ, ਹੈ ਨਾ। ਬੜਾ ਕੁਝ ਕਿਹਾ ਜਾਂਦਾ ਵੀ ਸਰੀਰ ਨੂੰ ਫਿੱਟ ਰੱਖਦਾ, ਤਾਂ ਤੁਸੀਂ ਹੋਰ ਹੀ ਦਾਵਾ ਕਰ ਦਿੱਤਾ। ਕਹਿੰਦੇ ਕਿ ਤੁਸੀਂ ਕਹਿੰਦੇ ਹੋ ਵੀ ਇਹ ਤੇਲ ਵਰਤਣਾ ਹੀ ਨਹੀਂ ਚਾਹੀਦਾ, ਇਹ ਬੜਾ ਘਾਤਕ ਹੈ। ਕੀ ਕਹੋਗੇ, ਕੀ ਤੱਥ ਨੇ ਤੁਹਾਡੇ ਕੋਲ? ਦੇਖੋ, ਦੋ ਚੀਜ਼ਾਂ ਹੈਗੀਆਂ ਸਾਰੇ ਦੇ ਵਿੱਚ। ਜਦੋਂ ਅਸੀਂ ਤੇਲ ਸਰੋਂ ਦਾ ਵਰਤਣ ਔਰ ਨਾ ਵਰਤਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵਰਤਣ ਦੀ ਗੱਲ ਕਰਦੇ ਹਾਂ ਸਰ, ਅਸੀਂ ਖਾਣ ਤੋਂ ਮਨਾ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਜਿੱਦਾਂ ਸਦੀਆਂ ਤੋਂ ਤੁਹਾਡੇ ਘਰਾਂ ਦੇ ਵਿੱਚ ਸਰੋਂ ਦਾ ਤੇਲ ਖਾਧਾ ਜਾਂਦਾ, ਤੜਕਾ ਲਾਇਆ ਜਾਂਦਾ, ਲਾਓ ਦਾਲ ਸਬਜ਼ੀ ਨੂੰ ਤੜਕਾ ਲਾ ਕੇ ਸਰੋਂ ਦਾ ਤੇਲ ਖਾਓ, ਖਾਣਾ ਚੰਗਾ ਹੈ। ਤੁਸੀਂ ਆਪਣੇ ਪਿੰਡੇ ਦੀ ਮਾਲਿਸ਼ ਕਰ ਸਕਦੇ ਹੋ, ਹੈ ਨਾ। ਤੁਸੀਂ ਕੋਈ ਜ਼ੋਰ ਦਾ ਕੰਮ ਕਰਕੇ ਆਉਂਦੇ ਹੋ, ਤੁਸੀਂ ਕੋਈ ਦੌੜ ਲਾ ਕੇ ਆਉਂਦੇ ਹੋ, ਤੁਸੀਂ ਭਲਵਾਨ ਆ, ਕੋਈ ਘੁਲ ਕੇ ਆਉਂਦਾ, ਸਰੀਰ 'ਚ ਖੱਲੀਆਂ ਪਈਆਂ ਆ, ਤੁਹਾਡੀਆਂ ਨਸਾਂ ਦੀ ਟਾਈਟਨੈਸ ਹੈਗੀ ਆ, ਉਹ ਤੁਸੀਂ ਜਦੋਂ ਉਹਦੀ ਮਾਲਿਸ਼ ਕਰਦੇ ਹੋ, ਹੈ ਨਾ, ਨਹਾਉਣ ਤੋਂ ਪਹਿਲਾਂ ਤੁਸੀਂ 1-2 ਘੰਟੇ ਪਹਿਲਾਂ ਨਹਾਉਣ ਤੋਂ ਮਾਲਿਸ਼ ਕਰਕੇ ਔਰ ਜਿਹੜਾ ਹੈਗਾ ਆ ਲੰਮੇ ਪੈ ਜਾਂਦੇ ਹੋ, ਧੁੱਪ ਸੇਕਦੇ ਹੋ, ਥੋੜ੍ਹੀ ਬਹੁਤ ਤੁਹਾਡਾ ਸਰੀਰ ਰਿਲੈਕਸ ਹੋ ਜਾਂਦਾ ਹੈ ਨਾ। ਉਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਕੋਸੇ ਪਾਣੀ ਨਾਲ ਨਹਾਓ ਤਾਂ ਸਰੀਰ ਤੁਹਾਡਾ ਫੁੱਲ ਵਰਗਾ ਹਲਕਾ ਹੋ ਜਾਏਗਾ। ਇੱਥੋਂ ਤੱਕ ਬਿਲਕੁਲ ਸਹੀ ਆ। ਲੇਕਿਨ ਜੇ ਤੁਸੀਂ ਸਰੋਂ ਦੇ ਤੇਲ ਦੇ ਨਾਲ ਲਗਾਤਾਰ ਲਿੰਗ ਦੀ ਮਾਲਿਸ਼ ਕਰੋਗੇ ਤਾਂ ਸਰ ਲਿੰਗ ਦੀਆਂ ਨਸਾਂ ਵੀ ਤਾਂ ਰਿਲੈਕਸ ਹੋ ਜਾਣੀਆਂ। ਉਹਦੇ ਵਿੱਚ ਤਾਂ ਸਾਨੂੰ ਟਾਈਟਨੈਸ ਚਾਹੀਦੀ ਆ। ਜੇ ਤੁਸੀਂ ਲਿੰਗ ਦੀਆਂ ਨਸਾਂ ਵੀ ਰਿਲੈਕਸ ਕਰ ਲਈਆਂ ਤਾਂ ਤੁਹਾਨੂੰ ਦਾਅਵਾ ਹੈ ਸਰ, ਨਸਾਂ ਦਾ ਢਿੱਲਾਪਨ ਜ਼ਰੂਰ ਆਏਗਾ। ਮਤਲਬ ਕਿ ਫਿਰ ਉਹੀ ਡਾਕਟਰ ਵੱਲ ਭੱਜਣਾ ਪਊਗਾ, ਇਹ ਕਹਿਣਾ। ਇਸ ਕਰਕੇ ਉਹਦੇ ਯੂਜ਼ ਲਈ ਤੁਸੀਂ ਕਹਿੰਦੇ ਹੋ ਵੀ ਉੱਥੇ ਯੂਜ਼ ਨਾ ਕਰੋ, ਬਾਕੀ ਜਿਸ ਤਰੀਕੇ ਦੇ ਨਾਲ ਖਾਂਦੇ ਹੋ ਖਾਈ ਜਿੱਦਾਂ ਖਾਂਦੇ ਆ ਘਰਾਂ ਦੇ ਵਿੱਚ ਉਸ ਤਰੀਕੇ ਨਾਲ ਵਰਤੋ। ਸਿਰ ਨੂੰ ਲਾਉਂਦੇ ਆ ਤੁਸੀਂ, ਨੱਕ ਨੂੰ ਲਾਉਂਦੇ ਹੋ, ਧੁੰਨੀ ਨੂੰ ਲਾਉਂਦੇ ਹੋ ਤੁਸੀਂ, ਪੂਰੇ ਸਰੀਰ ਦੀ ਮਾਲਿਸ਼ ਕਰਦੇ ਹੋ, ਕਰੋ, ਕੋਈ ਫਰਕ ਨਹੀਂ ਪੈਂਦਾ ਹੈ, ਸਗੋਂ ਵਧੀਆ ਹੈ। ਠੀਕ ਹੈ ਜੀ। ਲੇਕਿਨ ਜੇ ਤੁਸੀਂ ਲਿੰਗ ਦੀ ਲਗਾਤਾਰ ਮਾਲਿਸ਼ ਕਰੋਗੇ ਤੇ ਫਿਰ ਤੁਹਾਨੂੰ ਪ੍ਰੋਬਲਮ ਆਏਗੀ ਸਰ, ਤੁਹਾਡੀਆਂ ਨਸਾਂ ਦਾ ਢਿੱਲਾਪਨ ਹੋਣਾ ਲਾਜ਼ਮੀ ਹੈ। ਦੇਖੋ, ਬਹੁਤ ਜਦੋਂ ਪਹਿਲੀ ਵਾਰੀ ਕੋਈ ਨਵਾਂ ਵਿਚਾਰ ਆਉਂਦਾ ਨਾ, ਐਡੀ ਛੇਤੀ ਲੋਕ ਐਕਸੈਪਟ ਨਹੀਂ ਕਰਦੇ, ਕਿਉਂਕਿ ਹਰ ਨਵੇਂ ਵਿਚਾਰ ਨੂੰ 3 ਪੜਾਵਾਂ 'ਚੋਂ ਨਿਕਲਣਾ ਪੈਂਦਾ। ਪਹਿਲਾਂ ਲੋਕ ਵਿਰੋਧ ਕਰਦੇ ਆ, ਫਿਰ ਮਜ਼ਾਕ ਉਡਾਉਂਦੇ ਆ, ਫਿਰ ਸਹਿਮਤ ਹੁੰਦੇ ਆ। ਔਰ ਸਾਡੇ ਨਾਲ ਲੋਕ ਸਹਿਮਤ ਹੁੰਦੇ ਆ, ਜਿਨ੍ਹਾਂ ਨੂੰ ਇਹ ਪ੍ਰੋਬਲਮ ਆਈਆਂ ਸਾਡੇ ਕੋਲ ਆਉਂਦੇ ਆ, ਉਹ ਆ ਕੇ ਕਹਿੰਦੇ ਆ ਵੀ ਅਸੀਂ ਸਮਝ ਹੀ ਨਹੀਂ ਸਕੇ ਸੀ ਵੀ ਸਾਨੂੰ ਕਿਉਂ ਪ੍ਰੋਬਲਮ ਆ ਰਹੀ ਆ। ਭਲਵਾਨ ਸਾਡੇ ਕੋਲ ਆਏ ਨਾ, ਸਾਨੂੰ ਕੁਝ ਲੋਕਾਂ ਨੇ ਕਿਹਾ ਵੀ ਜੇ ਇੱਦਾਂ ਹੋਵੇ ਤਾਂ ਭਲਵਾਨ ਢਿੱਲੇ ਹੋ ਕੇ ਹੀ ਪੈ ਰਹਿਣ। ਮੈਂ ਉਹਨੂੰ ਕਿਹਾ ਵੀ ਮੈਨੂੰ ਇੱਕ ਵੀ ਭਲਵਾਨ ਦਾ ਨਾਂ ਦੱਸੋ ਜਿਹੜਾ ਭਲਵਾਨ ਘੁਲਣ ਤੋਂ ਪਹਿਲਾਂ ਤੇਲ ਮਲ ਕੇ ਜਾਂਦਾ। ਉਹ ਤਾਂ ਜਦੋਂ ਘੁਲ ਕੇ ਆਉਂਦੇ ਆ ਫਿਰ ਤੇਲ ਮਲਦੇ ਆ, ਫਿਰ ਰਿਲੈਕਸ ਹੋਣਾ ਹੁੰਦਾ ਹੈ ਨਾ। ਅਤੇ ਉਹ ਭਲਵਾਨ ਸਾਨੂੰ ਦੱਸਦੇ ਆ, ਕਹਿੰਦੇ ਜੀ ਅਸੀਂ ਜਿੱਦਾਂ ਪੂਰੇ ਸਰੀਰ ਦੀ ਮਾਲਿਸ਼ ਕਰਦੇ ਸੀ, ਇਸੇ ਤਰੀਕੇ ਨਾਲ ਅਸੀਂ ਲਿੰਗ ਦੀ ਵੀ ਮਾਲਿਸ਼ ਕਰਦੇ ਰਹੇ ਹਾਂ, ਹੈ ਨਾ। ਵੀ ਅਸੀਂ ਤਾਂ ਸੈਕਸ ਵਾਲੇ ਪਾਸੋਂ ਜਿਹੜਾ ਹੈਗਾ ਵੀ ਬਿਲਕੁਲ ਖਤਮ ਹੋ ਚੁੱਕੇ ਹਾਂ, ਦਵਾਈਆਂ ਦੇ ਆਸਰੇ ਹੈਗੇ ਹਾਂ। ਤੇ ਉੱਥੋਂ ਮੁੜਨ ਦਾ ਤਰੀਕਾ ਕੋਈ ਹੈ? ਜੇ ਚਲੋ ਹੁਣ ਵਰਤ ਲਿਆ ਤੇ ਇੱਕ ਤਾਂ ਇਹ ਦੱਸ ਦਿਓ ਕਿ ਉੱਥੋਂ ਸਹੀ ਹੋਣ ਦਾ ਤਰੀਕਾ ਕੀ, ਦੂਸਰਾ ਇਹ ਦੱਸ ਦਿਓ ਵੀ ਇਕੱਲਾ ਇਹੀ ਤੇਲ ਹੈ ਜਾਂ ਕੋਈ ਹੋਰ ਤੇਲ ਵੀ ਨੁਕਸਾਨ ਕਰਦਾ ਹੈ? ਦੇਖੋ, ਸਿਰਫ ਸਰੋਂ ਦਾ ਤੇਲ ਨਹੀਂ ਨੁਕਸਾਨ ਕਰਦਾ। ਤੁਸੀਂ ਨਾਰੀਅਲ ਦਾ ਤੇਲ ਆ ਜਿਹੜਾ, ਉਹ ਵੀ ਲਿੰਗ ਦੀ ਮਾਲਿਸ਼ ਨਹੀਂ ਕਰਨੀ ਹੈ। ਨੋਰਮਲ ਕਈ ਵਾਰੀ ਦੇਖੋ ਇੱਦਾਂ ਈਚਿੰਗ ਹੋ ਜਾਂਦੀ ਹੈ ਨਾ, ਪ੍ਰਾਈਵੇਟ ਪਾਰਟ ਦੇ ਆਲੇ ਦੁਆਲੇ ਜਿਹੜੀ ਹੈਗੀ ਆ, ਜਿੱਦਾਂ ਗਰਮੀਆਂ ਦੇ ਮੌਸਮ 'ਚ ਲਾਗਾ ਲੱਗ ਜਾਂਦਾ, ਤੁਸੀਂ ਉੱਥੇ ਵੀ ਲਾ ਸਕਦੇ ਹੋ ਸਰੋਂ ਦਾ ਤੇਲ ਜਿਹੜਾ ਹੈਗਾ। ਲੇਕਿਨ ਲਿੰਗ ਦੀ ਮਾਲਿਸ਼ ਨਹੀਂ ਕਰਨੀ ਸਰ। ਨਾਰੀਅਲ ਦੇ ਤੇਲ ਦੀ ਮਾਲਿਸ਼ ਨਹੀਂ ਕਰਨੀ ਹੈ, ਆਂਵਲੇ ਦੇ ਤੇਲ ਦੀ ਮਾਲਿਸ਼ ਨਹੀਂ ਕਰਨੀ ਹੈ, ਤੁਸੀਂ ਚਮੇਲੀ ਦੇ ਤੇਲ ਦੀ ਮਾਲਿਸ਼ ਨਹੀਂ ਕਰਨੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ, ਇਹ ਤੁਹਾਡੀ ਇੰਦਰੀ ਨੂੰ ਬਿਲਕੁਲ ਉਹ ਜਿਹੜਾ ਤਣਾਅ ਆਉਣਾ ਹੈਗਾ ਉਹਨੂੰ ਬਿਲਕੁਲ ਖਤਮ ਕਰ ਸਕਦਾ ਹੈਗਾ, ਹੈ ਨਾ। ਦੂਜੇ ਨੰਬਰ 'ਤੇ ਸਰ ਇਹ ਚੀਜ਼ ਹੈਗੀ ਆ, ਦੇਖੋ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਸੀਂ ਤਾਂ ਸਦੀਆਂ ਤੋਂ ਲਾਈ ਜਾ ਰਹੇ ਹਾਂ। ਦਾਅਵਾ ਹੈ ਸਰ, ਉਹ ਜਿਹੜੀ ਆਪਾਂ ਮਾਲਿਸ਼ ਦੀ ਗੱਲ ਕਰਦੇ ਹਾਂ, ਨੋਰਮਲ ਲਾਉਣ ਦੀ ਗੱਲ ਨਹੀਂ ਕਰਦੇ ਹੈਗੇ। ਦੂਜੇ ਨੰਬਰ 'ਤੇ ਜਿੰਨੇ ਵੀ ਆਯੁਰਵੈਦ ਦੇ ਤੁਸੀਂ ਸ਼ਾਸਤਰ ਪੜ੍ਹ ਲਓ, ਗ੍ਰੰਥ ਪੜ੍ਹ ਲਓ, ਤੁਸੀਂ ਆਹ ਪਏ ਹੈਗਾ ਦੇਖੋ, ਚਰਕ ਸਾਹਿਤਾ ਹੈਗੀ ਆ, ਤੁਸੀਂ ਚਰਕ ਦੱਤ ਹੋ ਗਿਆ, ਹੈ ਨਾ, ਆਯੁਰਵੈਦਿਕ ਚਿਕਿਤਸਾ ਵਿਗਿਆਨ ਹੋ ਗਿਆ, ਜਾਂ ਇਹ ਤੋਂ ਇਲਾਵਾ ਜਿਹੜਾ ਅਸ਼ਟਾਂਗ ਹਿਰਦੇ ਆਉਂਦਾ ਹੈਗਾ, ਜਿਹੜੇ ਵੀ ਮਰਜ਼ੀ ਗ੍ਰੰਥ ਦਾ ਤੁਸੀਂ ਨਾਮ ਲੈ ਲਓ, ਕਿਸੇ ਵੀ ਗ੍ਰੰਥ ਦੇ ਵਿੱਚ ਤੁਸੀਂ ਜਿਹੜਾ ਹੈਗਾ ਜੀ ਉਹ ਤੁਹਾਨੂੰ ਇੱਕ ਵੀ ਸ਼ਾਸਤਰੀ ਯੋਗ ਸਰੋਂ ਦੇ ਤੇਲ ਵਿੱਚ ਨਹੀਂ ਮਿਲੇਗਾ ਜਿਹਦੇ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੋ। ਠੀਕ ਹੈ ਜੀ। ਜਿਹੜਾ ਮਾਲਿਸ਼ ਕਰਨ ਦੇ ਲਈ
ਤੇਲ ਜਿਹੜਾ ਹੈਗਾ ਜਿਹਦੇ ਵਿੱਚ ਸ਼ਾਸਤਰੀ ਯੋਗ ਬਣਦਾ ਉਹ ਸਰ ਤਿਲਾਂ ਦਾ ਤੇਲ ਹੁੰਦਾ ਹੈ। ਤਿਲਾਂ ਦੇ ਤੇਲ ਦੇ ਵਿੱਚ ਅਸੀਂ ਬਹੁਤ ਸਾਰੀਆਂ ਹੋਰ ਜੜੀ ਬੂਟੀਆਂ ਜਾਂ ਕੁਛ ਇੱਦਾਂ ਦੇ ਤੇਲ ਮਿਕਸ ਕਰਕੇ ਅਸੀਂ ਉਹਦੀ ਲਿੰਗ ਦੀ ਜਿਹੜੀ ਮਾਲਿਸ਼ ਹੈਗੀ ਆ ਉਹ ਕਰਨੀ ਹੁੰਦੀ ਆ। ਸੋ ਅਸੀਂ ਸਰ ਕਿਉਂਕਿ ਦੇਖੋ ਸਾਡਾ ਆਯੁਰਵੈਦਿਕ ਸੈਂਟਰ ਹੈ, ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਵੀ ਆਪਾਂ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਜਾਂ ਜਿਹੜਾ ਸਾਡੇ ਕੋਲ ਪੇਸ਼ੈਂਟ ਆਉਂਦਾ ਹੈਗਾ ਆ ਉਹਨੂੰ ਉਹ ਸਲਾਹ ਦਈਏ ਜਿਹਦੇ ਨਾਲ ਉਹਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਪਰਮਾਨੈਂਟ ਉਹਦਾ ਹੱਲ ਹੋਵੇ। ਟੈਂਪਰੇਰੀ ਸੋਲਿਊਸ਼ਨ ਦੀ ਗੱਲ ਨਹੀਂ ਹੈ, ਕਿਉਂਕਿ ਆਮ ਤੌਰ 'ਤੇ ਕਿਆ ਹੁੰਦਾ ਵੀ ਜਿਹੜੀਆਂ ਇਹ ਸੈਕਸ ਨਾਲ ਰਿਲੇਟਡ ਦਵਾਈਆਂ ਹੈਗੀਆਂ ਆ, ਲੋਕ ਦਵਾਈਆਂ ਜਿੰਨਾ ਚਿਰ ਖਾਂਦੇ ਆ ਉਨਾ ਚਿਰ ਉਹਦਾ ਅਸਰ ਰਹਿੰਦਾ ਆ। ਤੁਸੀਂ ਦਵਾਈ ਛੱਡ ਦਿਓ, ਪ੍ਰੋਬਲਮ ਉੱਥੇ ਦੀ ਉੱਥੇ ਆ ਜਾਂਦੀ ਹੈਗੀ ਆ। ਮੈਂ ਇਹੀ ਸਵਾਲ ਤੇ ਆਉਣ ਵਾਲਾ ਸੀ ਕਿ ਬਹੁਤ ਵਾਰੀ ਦੇਖਦੇ ਆ, ਬਹੁਤ ਜਾਣੇ ਲੋਕ ਹੁੰਦੇ ਨੇ ਯੰਗ ਏਜ ਦੇ ਵਿੱਚ, ਡਾਕਟਰ ਤੋਂ ਪਹੁੰਚ ਕਰਦੇ ਨੇ, ਚੰਗੇ ਵੈਦ ਤੋਂ ਵੀ ਪਹੁੰਚ ਕਰਦੇ ਨੇ, ਚਲੋ ਚੰਗਾ ਤਾਂ ਕਾਹਦਾ ਦਿਆ ਜਦ ਫੇਰ ਸਮੱਸਿਆ ਆ ਗਈ। ਉਹ ਕਹਿੰਦੇ ਨੇ ਅਸੀਂ ਦਵਾਈ ਲਿਆਂਦੀ, ਖਾਧੀ, ਜਿੰਨਾ ਚਿਰ ਤੱਕ ਖਾ ਰਹੇ ਸੀ ਬੜਾ ਚੰਗਾ ਆਰਾਮ ਮਿਲ ਰਿਹਾ ਸੀ, ਉਹਦੇ ਨਾਲ ਉਹਨਾਂ ਦੀ ਬੈਟਰ ਹੋਈ ਲਾਈਫ, ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ, ਪਰ ਦਵਾਈ ਬੰਦ ਨਹੀਂ ਹੋਈ, ਕੰਮ ਫੇਰ ਉੱਥੇ ਹੀ ਆ ਗਿਆ। ਇਹਦਾ ਕੀ ਹੱਲ ਹੈ ਤੁਸੀਂ ਆਪਣਾ ਮੈਨੂੰ ਇਸ ਗੱਲ 'ਤੇ ਸਪਸ਼ਟ ਕਰਿਓ, ਸਾਡੇ ਦਰਸ਼ਕਾਂ ਨੂੰ ਵੀ। ਦਰਸ਼ਕੋ, ਨਾਲ ਦੀ ਨਾਲ ਤੁਹਾਨੂੰ ਦੱਸ ਦਈਏ, ਨੰਬਰ ਤੇ ਐਡਰੈਸ ਥੱਲੇ ਚੱਲ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ। ਡਾਕਟਰ ਸੰਜੀਵ ਕੁਮਾਰ ਉਹਨਾਂ ਦੇ ਕੋਲ ਵੀ ਪਹੁੰਚ ਕਰ ਸਕਦੇ ਹੋ, ਇਹਨਾਂ ਦੇ ਨਾਲ ਨੰਬਰ 'ਤੇ ਵੀ ਸੰਪਰਕ ਕਰਕੇ ਤੁਸੀਂ ਸਲਾਹ ਅਤੇ ਆਪਣੀ ਦੁੱਖ ਦਾ ਨਿਵਾਰਨ ਇਹਨਾਂ ਤੋਂ ਲੈ ਸਕਦੇ ਹੋ। ਸੋ ਇਸੇ ਟੌਪਿਕ 'ਤੇ ਆਉਣਾ ਕਿ ਤੁਸੀਂ ਦੱਸੋ ਵੀ ਤੁਸੀਂ ਇਸ ਚੀਜ਼ ਦਾ ਹੱਲ ਕਿਵੇਂ ਕਰੋਗੇ। ਜੇਕਰ ਤੁਹਾਡੇ ਤੋਂ ਕੋਈ ਦਵਾਈ ਲੈਂਦਾ ਹੈ, ਉਹ ਐਂ ਤਾਂ ਨਾ ਹੋਊ ਵੀ ਜਿੰਨੇ ਚਿਰ ਦਵਾਈ ਖਾਂਦਾ ਉਨਾ ਚਿਰ ਤਾਂ ਰਾਜ਼ੀ ਰਿਹਾ, ਜਦੋਂ ਦਵਾਈ ਹੋ ਗਈ ਬੰਦ, ਕੰਮ ਫੇਰ ਉੱਥੇ ਆ ਗਿਆ, ਤੇ ਉਹ ਡਾਕਟਰ ਨੂੰ ਕਹੇ ਜੀ ਡਾਕਟਰ ਸਾਹਿਬ ਤੁਸੀਂ ਤਾਂ ਐਂ ਕਰਤਾ, ਬਾਹਰ ਆ ਕੇ ਖੜਾ ਰਹੇ। ਫੇਰ ਦੇਖੋ ਦੋ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਜੀ, ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਵੀ ਲੋਕ ਜਿੰਨਾ ਚਿਰ ਦਵਾਈ ਖਾਂਦੇ ਉਨਾ ਚਿਰ ਅਸਰ ਰਹਿੰਦਾ, ਗੱਲ ਸਿਰਫ ਸਰ ਉਹੀ ਆ ਗਈ ਵੀ ਚੀਜ਼ਾਂ ਰਟੀਆਂ ਰਟਾਈਆਂ ਜਿਹੜੀਆਂ 5-10 ਚੀਜ਼ਾਂ ਦਾ ਲੋਕਾਂ ਨੂੰ ਪਤਾ ਆ, ਉਹੀ ਚੀਜ਼ਾਂ ਕੁੱਟ ਕੇ ਪਾਊਡਰ ਬਣਾ ਕੇ ਬਰਾਬਰ ਮਾਤਰਾ ਦੇ ਵਿੱਚ ਉਹ ਬੰਦੇ ਦੇ ਹੱਥ 'ਚ ਥਮਾ ਦਿੱਤਾ ਜਾਂਦਾ ਜੀ, ਬਸ ਚਮਚਾ ਸਵੇਰੇ ਚਮਚਾ ਸ਼ਾਮ ਨੂੰ ਖਾ ਲਓ। ਹਰ ਬੰਦੇ ਦੇ ਸਰੀਰ ਦੀ ਡੋਜ਼ ਅਲੱਗ ਆ, ਹਰ ਬੰਦੇ ਦੀ ਸੈਕਸੁਅਲ ਵੀਕਨੈਸ ਅਲੱਗ ਆ, ਉਹਨੂੰ ਤੁਸੀਂ ਇੱਕ ਡੋਜ਼ ਨਹੀਂ ਦੇ ਸਕਦੇ। ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਅਸੀਂ ਉਹਨਾਂ ਦੀ ਡੋਜ਼ ਵੱਖਰੀ ਵੱਖਰੀ ਕਰਦੇ ਹੈਗੇ ਆ। ਦੂਜੇ ਨੰਬਰ 'ਤੇ ਜੇ ਹੁਣ ਪਿੱਤ ਵਰਧਕ ਬੰਦਾ, ਪਿੱਤ ਦੋਸ਼ ਉਹਦਾ ਹੈਗਾ ਆ, ਉਹਦੇ ਸਰੀਰ ਦੇ ਵਿੱਚ ਤਾਂ ਪਹਿਲਾਂ ਹੀ ਗਰਮੀ ਹੈਗੀ ਆ, ਉਹਨੂੰ ਜਿੰਨਾ ਚਿਰ ਤੁਸੀਂ ਦਵਾਈ ਦੇਣੀ ਆ ਉਨਾ ਚਿਰ ਉਹ ਉਸ ਗਰਮ ਦਵਾਈ ਦੇ ਨਾਲ ਹੁਲਾਰਾ ਤਾਂ ਵੱਜਦਾ ਉਹਨੂੰ, ਹੈ ਨਾ, ਉਹ ਥੋੜ੍ਹਾ ਜਿਹਾ ਆਰਾਮ ਤਾਂ ਆਉਣਾ ਸ਼ੁਰੂ ਹੁੰਦਾ। ਪਰ ਜਦੋਂ ਦਵਾਈ ਖਤਮ ਕਰਦਾ ਬੰਦਾ, ਸਾਰੀ ਉਮਰ ਤਾਂ ਦਵਾਈ ਨਹੀਂ ਖਾ ਸਕਦਾ, ਜਦੋਂ ਉਹ ਦਵਾਈ ਬੰਦ ਕਰਦਾ ਪ੍ਰੋਬਲਮ ਫਿਰ ਜਿਉਂ ਦੀ ਤਿਉਂ ਖੜ ਜਾਂਦੀ ਹੈਗੀ। ਦੂਜੇ ਨੰਬਰ 'ਤੇ ਸਰ ਜਿਹੜੀ ਖੁਰਾਕ ਆ ਉਹ ਬੜੀ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਖਾਣਾ, ਕੀ ਨਹੀਂ ਖਾਣਾ, ਦਵਾਈ ਦੇ ਨਾਲ ਨਾਲ ਖੁਰਾਕ ਵੀ ਜ਼ਰੂਰੀ ਹੈ, ਇਹ ਤੁਸੀਂ ਦੱਸ ਦਿਓ ਪ੍ਰੋਪਰ। ਬਿਲਕੁਲ ਸਰ, ਦੇਖੋ ਕੀ ਖਾਣਾ ਕੀ ਨਹੀਂ ਖਾਣਾ, ਹਰ ਪ੍ਰੋਬਲਮ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਨੁਕਸਾਨ ਕਰਦੀਆਂ, ਹਰ ਪ੍ਰੋਬਲਮ 'ਚ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਫਾਇਦਾ ਕਰਦੀਆਂ, ਔਰ ਇਹ ਨੁਕਸਾਨ ਔਰ ਫਾਇਦੇ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੰਦੇ ਦੇ ਸਰੀਰ ਦੀ ਤਸੀਰ ਦੇ ਹਿਸਾਬ ਨਾਲ ਹੁੰਦੀਆਂ। ਵਾਤ, ਪਿੱਤ, ਕਫ, ਤੁਸੀਂ ਵਾਤ ਵਾਲੇ ਨੂੰ ਵੀ ਉਹੀ ਚੀਜ਼ਾਂ ਨਹੀਂ ਖਿਲਾ ਸਕਦੇ, ਪਿੱਤ ਵਾਲੇ ਨੂੰ ਵੀ ਉਹੀ ਚੀਜ਼ਾਂ ਨਹੀਂ ਖਿਲਾ ਸਕਦੇ, ਤੁਸੀਂ ਕਫ ਵਾਲੇ ਨੂੰ ਵੀ ਉਹੀ ਚੀਜ਼ਾਂ ਨਹੀਂ ਖਿਲਾ ਸਕਦੇ। ਜੇ ਸਰੀਰ ਦੀ ਤਸੀਰ ਵੱਖਰੀ ਆ ਤਾਂ ਉਹਨਾਂ ਦੀ ਖੁਰਾਕ ਵੱਖਰੀ ਆ, ਉਹਨਾਂ ਨੂੰ ਨੁਕਸਾਨ ਕਰਨ ਵਾਲੀਆਂ ਚੀਜ਼ਾਂ ਵੱਖਰੀਆਂ। ਉਹ ਕਿਹਾ ਜਾਂਦਾ ਨਾ ਬਈ ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ, ਉਹ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਜਿਸ ਸਰੀਰ ਦੀ ਜਿਸ ਹਿਸਾਬ ਨਾਲ ਤਸੀਰ ਹੈ ਉਹਦੇ ਹਿਸਾਬ ਦੇ ਨਾਲ ਕਿਸੇ ਨੂੰ ਮਾਂ ਵਾਦੀ ਆ, ਕਿਸੇ ਨੂੰ ਸਵਾਦੀ। ਫਿਰ ਉਹਨੂੰ ਮਤਲਬ ਕਿ ਪਹਿਲਾਂ ਮੋਨੀਟਰ ਕਰਨਾ ਪੈਂਦਾ ਕਿ ਇਹਦਾ ਬਾਤ ਪਿੱਤ ਜਿਹੜਾ ਤੁਸੀਂ ਕਫ ਦੱਸਿਆ ਉਹ ਕਿਸ ਬੈਲੈਂਸ ਦੇ ਵਿੱਚ ਹੈ ਜਾਂ ਇੰਬੈਲੈਂਸ ਹੈ, ਪਹਿਲਾਂ ਉਸ ਨੂੰ ਨਾਪਦੇ ਹੋ, ਉਸ ਤੋਂ ਬਾਅਦ ਇਲਾਜ ਸ਼ੁਰੂ ਕਰਦੇ ਆ। ਮੇਨ ਪੁਆਇੰਟ ਸਰ ਇਹੀ ਆ ਵੀ ਅਸੀਂ ਪੇਸ਼ੈਂਟ ਨੂੰ ਜ਼ਿਆਦਾ ਇੱਥੇ ਕਿਉਂ ਸੱਦਦੇ ਆ। ਜੇ ਕੋਈ ਬੰਦਾ ਸਾਡੇ ਤੋਂ ਕੋਰੀਅਰ ਦੇ ਥਰੂ ਵੀ ਦਵਾਈ ਮੰਗਾਉਣੀ ਚਾਹੁੰਦਾ, ਸਾਡੀ ਅੱਧਾ ਘੰਟਾ ਗੱਲ ਹੁੰਦੀ ਪੇਸ਼ੈਂਟ ਦੇ ਨਾਲ, ਤਾਂ ਕਿ ਅਸੀਂ ਉਸ ਬੰਦੇ ਨੂੰ ਪ੍ਰੋਬਲਮ ਕਿਉਂ ਆਈ ਆ ਉਹਦੇ ਕਾਰਨ ਤੇ ਪਹੁੰਚੀਏ, ਹਿਸਟਰੀ ਜਾਣਨੀ ਹੈਗੀ ਆ ਵੀ ਇਹਦਾ ਬੰਦੇ ਦਾ ਅਸੀਂ ਸਰੀਰ ਦੀ ਤਸੀਰ ਤਾਂ ਦੇਖਦੇ ਹੀ ਆ, ਬਾਕੀ ਉਹਦਾ ਡੇਲੀ ਰੂਟੀਨ ਵੀ ਦੇਖਦੇ ਹੈਗੇ ਆ ਵੀ ਉਹਦਾ ਖਾਣ ਪੀਣ ਕਿੱਦਾਂ ਦਾ ਹੈਗਾ, ਕੋਈ ਨਸ਼ਾ ਤਾਂ ਨਹੀਂ ਕਰਦਾ ਹੈ, ਉਹਦੀ ਉਮਰ ਕਿੰਨੀ ਆ, ਕੋਈ ਹੋਰ ਬਿਮਾਰੀ ਤਾਂ ਨਹੀਂ ਹੈ ਉਹਨੂੰ ਨਾਲ, ਮੰਨ ਲਓ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਅਸੀਂ ਤਾਂ ਉਹਦਾ ਰਹਿਣ ਸਹਿਣ ਬੈਠਣ ਉੱਠਣ ਵੀ ਦੇਖਦੇ ਹਾਂ, ਕਿਉਂਕਿ ਅਸੀਂ ਇਹ ਚੀਜ਼ ਲਾਜ਼ਮੀ ਤੌਰ 'ਤੇ ਦੇਖਦੇ ਹੈਗੇ ਆ ਬਈ ਜਿੱਦਾਂ ਆਪਾਂ ਗੱਲ ਕਰੀਏ ਨਾ ਕੋਈ ਚੀਜ਼, ਮੰਨ ਲਓ ਆਪਾਂ ਕਰੇਲੇ, ਵੱਡਾ ਕੱਦੂ ਆਪਾਂ ਬੀਜਦੇ ਹਾਂ ਸਰ, ਜਿਨ੍ਹਾਂ ਨੂੰ ਤਾਂ ਲੱਗਦੀ ਆ ਹਵਾ, ਉਹਨਾਂ ਦਾ ਸਾਈਜ਼ ਤੁਸੀਂ ਦੇਖ ਲਓ, ਹੈ ਨਾ, ਮੰਨ ਲਓ ਕਰੇਲੇ ਬੀਜੇ ਆ ਜਿਹਨਾਂ ਨੂੰ ਹਵਾ ਲੱਗਦੀ ਹੈਗੀ ਆ, ਉਹਨਾਂ ਦਾ ਸਾਈਜ਼ ਵੱਡਾ ਹੁੰਦਾ ਹੈ, ਧੁੱਪ ਛਾਂ, ਹੈ ਨਾ। ਅਤੇ ਜਿਹੜੇ ਪੱਤਿਆਂ 'ਚ ਲੁਕੇ ਆ, ਜਿਨ੍ਹਾਂ ਨੂੰ ਨਾ ਜਾਂ ਧੁੱਪ ਹੀ ਆ ਉਹ, ਜਾਂ ਛਾਵੇਂ ਹੀ ਆ, ਜਾਂ ਹਵਾ ਨਹੀਂ ਲੱਗ ਰਹੀ ਉਹਨਾਂ ਦਾ ਸਾਈਜ਼ ਦੇਖ ਲਓ ਤੁਸੀਂ, ਬਹੁਤ ਛੋਟਾ ਹੁੰਦਾ ਹੈਗਾ। ਸੋ ਸਰ ਜਿਹੜੇ ਅਸੀਂ ਕੱਪੜੇ ਵਗੈਰਾ ਵੀ ਪਹਿਨਦੇ ਹੈਗੇ ਆ, ਜੇ ਹੁਣ ਵੀ ਸ਼ੇਪ ਅੰਡਰ ਵੀ ਨਾ ਪਾ ਕੇ ਉੱਤੇ ਜੀ ਤੁਸੀਂ ਜੀਨ ਦੀਆਂ ਪੈਂਟਾਂ ਪਾਉਣੀਆਂ, ਫਿਰ ਮੋਟਰਸਾਈਕਲ 'ਤੇ ਸਫ਼ਰ ਕਰਨਾ, ਮੋਹਰੇ ਟੈਂਕੀ ਆ ਜਾਂਦੀ, ਇੰਦਰੀ ਦਾ ਜਿਹੜੀ ਹੈਗੀ ਆ ਉਹ ਸੌ ਜਾਂਦੀ ਹੈ, ਸ਼ਰਿੰਕ ਹੋਣੀ ਸ਼ੁਰੂ ਹੋ ਜਾਂਦੀ ਹੈ, ਇੰਦਰੀ ਦਾ ਟੇਢਾਪਨ ਆਉਣਾ ਸ਼ੁਰੂ ਹੋ ਜਾਂਦਾ। ਸੋ ਇਹ ਜਿਹੜਾ ਸਾਡਾ
ਪਹਿਨਣ ਆ ਇਹਦੇ ਵਿੱਚ ਵੀ ਤੁਸੀਂ ਜਿਹੜੇ ਬਜ਼ੁਰਗ ਸੀਗੇ ਉਹ ਖੁੱਲੇ ਚਾਦਰੇ ਜਾਂ ਪਜਾਮੇ ਜਾਂ ਉਹਨਾਂ ਦੇ ਜਿਹੜੇ ਕੱਛੇ ਸੀਗੇ ਉਹ ਖੁੱਲੇ ਹੁੰਦੇ ਸੀਗੇ ਉਹਨਾਂ ਦੇ ਔਰਗਨ ਦੇ ਵਿੱਚ। ਔਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿਹੜੀ ਇਸੇ ਗੱਲੋਂ ਧੜਕੀ ਜਾਂਦੀ ਆ ਵੀ ਔਰਗਨ ਦਾ ਸਾਈਜ਼ ਪ੍ਰੋਪਰ ਨਹੀਂ ਹੋ ਰਿਹਾ, ਹੈ ਨਾ। ਦੂਜੇ ਨੰਬਰ 'ਤੇ ਜਿੱਦਾਂ ਜਿੰਮਾਂ ਵਿੱਚ ਜਾਣ ਵਾਲੇ ਲੋਕ ਹੈਗੇ ਆ, ਜਿਹੜੇ ਜਿੰਮ ਜਾਂਦੇ ਹੈਗੇ ਆ, ਸਵੇਰੇ ਸ਼ਾਮ ਲੋਹੇ ਨਾਲ ਮੱਥਾ ਮਾਰਦੇ ਆ, ਪਰ ਉਹਨਾਂ ਨੂੰ ਖੁਰਾਕ ਦਾ ਨਹੀਂ ਪਤਾ ਉਹਨੇ ਕੀ ਖਾਣੀ ਆ। ਉਹ ਸੋਇਆ ਮਿਲਕ, ਸੋਇਆ ਪਨੀਰ, ਉਹ ਇੱਦਾਂ ਦੀਆਂ ਚੀਜ਼ਾਂ ਖਾਈ ਜਾਂਦੇ, ਉਹਦੇ ਨਾਲ ਟੈਸਟੋਸਟੇਰੋਨ ਜਿਹੜੇ ਮੇਲ ਹਾਰਮੋਨ ਹੈ ਉਹ ਡਿੱਗਦੇ ਆ। ਔਰ ਸੈਕਸ ਪੱਖੋਂ ਸਾਰੇ ਬੰਦੇ ਜਿਹੜੇ ਹੈਗੇ ਆ ਇਹ ਵੀਕ ਹੋ ਰਹੇ ਆ, ਕਿਉਂਕਿ ਸੋਇਆਬੀਨ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਮਨੁੱਖ ਲਈ ਬਣੀ ਨਹੀਂ, ਬੰਦੇ ਲਈ ਬਣੀ ਨਹੀਂ ਹੈਗੀ। ਬੰਦੇ 'ਚ ਐਂਜ਼ਾਈਮ ਹੀ ਹੈ ਨਹੀਂ ਉਹਨੂੰ ਪਚਾਉਣ ਵਾਲਾ, ਲੇਕਿਨ ਉਹ ਖਾ ਰਹੇ ਆ, ਸਰੀਰ 'ਚ ਫਲਾਵਟ ਆ ਰਹੀ ਹੈ ਔਰ ਮਰਦਾਨਾ ਕਮਜ਼ੋਰੀ ਤੋਂ ਪੀੜਤ ਹੈਗੇ ਆ ਉਹ ਲੋਕ ਜਿਹੜੇ ਹੈਗੇ, ਕਿਉਂਕਿ ਖੁਰਾਕ ਦਾ ਨਹੀਂ ਪਤਾ ਹੈ। ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਜਦੋਂ ਸਾਡੇ ਕੋਲ ਕੋਈ ਬੰਦਾ ਆ ਗਿਆ ਅਸੀਂ ਤਾਂ ਉਹਨੂੰ ਪ੍ਰੋਪਰ ਦੱਸਣਾ ਵੀ ਪਰਹੇਜ਼ ਲਿਖਦੇ ਵੀ ਭਾਈ ਆਹ ਚੀਜ਼ਾਂ ਜੇ ਤੂੰ ਖਾਏਂਗਾ ਤਾਂ ਦਵਾਈ ਚਾਹੇ ਸਾਡੀ ਲੈ ਲੈ ਚਾਹੇ ਕਿਤੇ ਉੱਧਰੋਂ ਲੈ ਲੈ ਤਾਂ ਠੀਕ ਨਹੀਂ ਹੋਣਾ, ਤੈਨੂੰ ਆਹ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਜੇ ਤੂੰ ਠੀਕ ਹੋਣਾ ਚਾਹੁੰਦਾ, ਕਿਉਂਕਿ ਖਾਣਾ ਹੀ ਜ਼ਹਿਰ ਆ, ਖਾਣਾ ਹੀ ਦਵਾ ਆ। ਨਾਲ ਫਿਰ ਅਸੀਂ ਦੱਸਣੀਆਂ ਫਾਇਦੇਮੰਦ ਚੀਜ਼ਾਂ ਵੀ ਤੇਰੇ ਸਰੀਰ ਦੇ ਮੁਤਾਬਕ ਆਹ ਚੀਜ਼ਾਂ ਖਾਣੀਆਂ ਤੈਨੂੰ ਫਾਇਦੇਮੰਦ ਆ, ਜੇ ਖਾਏਂਗਾ ਤੇਰੀ ਪ੍ਰੋਬਲਮ ਪਰਮਾਨੈਂਟ ਕਿਉਰ ਹੋਏਗੀ। ਕਿਉਂਕਿ ਜੇ ਮੰਨ ਲਓ 3-4 ਮਹੀਨੇ 5 ਮਹੀਨੇ ਸਾਡੀ ਦਵਾਈ ਖਾਧੀ, ਉਹ ਤੋਂ ਬਾਅਦ ਦੇ ਵਿੱਚ ਫਿਰ ਉਹ ਇਸੇ ਖੁਰਾਕ ਦੇ ਚੱਕਰ ਵਿਊ 'ਚ ਫਸ ਗਿਆ ਜਿਹੜੀ ਨੁਕਸਾਨ ਕਰਨ ਵਾਲੀ ਆ, ਤਾਂ ਫਿਰ ਸਰ ਦਵਾਈ ਕਿਆ ਕਰੋਗੇ। ਇਹ ਚੀਜ਼ਾਂ ਇਕੱਠੀਆਂ ਚੱਲਦੀਆਂ ਹੈਗੀਆਂ ਜੀ। ਸੋ ਚੰਗੀ ਗੱਲ ਹੈ, ਤੁਸੀਂ ਸਿਰਫ ਆਪਣੀ ਦਵਾਈ ਤੱਕ ਨਹੀਂ ਸੀਮਿਤ ਰਹਿੰਦੇ, ਤੁਸੀਂ ਉਹਨਾਂ ਨੂੰ ਐਕਸਟਰਾ ਬੋਨਸ ਟਿਪਸ ਵੀ ਦਿੰਦੇ ਹੋ ਜਿਹਦੇ ਨਾਲ ਉਹ ਆਪਣਾ ਕੰਮ ਚੰਗੇ ਤਰੀਕੇ ਦੇ ਨਾਲ ਆਪਣੇ ਕਰ ਸਕਣ, ਘਰ ਵੀ ਚਲਾ ਸਕਣ। ਸੋ ਨੰਬਰ, ਐਡਰੈਸ ਸਾਰਾ ਕੁਝ ਹੇਠਾਂ ਚੱਲ ਰਿਹਾ ਹੈ। ਡਾਕਟਰ ਸਾਹਿਬ ਦੇ ਨਾਲ ਲਗਾਤਾਰ ਵਿਚਾਰ ਚਰਚਾ ਕਰ ਰਹੇ ਹਾਂ, ਉਹਨਾਂ ਦੇ ਵਿਚਾਰ ਸੁਣ ਰਹੇ ਹਾਂ ਅਤੇ ਉਹਨਾਂ ਦੇ ਵੱਲੋਂ ਦੱਸੀ ਗਈ ਹਰ ਇੱਕ ਗੱਲ ਤੁਸੀਂ ਧਿਆਨ ਦੇ ਨਾਲ ਸੁਣ ਕੇ ਇਸ 'ਤੇ ਅਮਲ ਵੀ ਕਰਨਾ ਹੈ। ਅਤੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਜਿਹੜੀ ਅਸੀਂ ਡਿਸਕਸ ਕਰ ਰਹੇ ਹਾਂ ਤਾਂ ਤੁਸੀਂ ਬੇਝਿਜਕ ਹੋ ਕੇ ਪਹੁੰਚ ਕਰ ਸਕਦੇ ਹੋ, ਕਿਉਂਕਿ ਇਹ ਵਾਲੀ ਕੋਈ ਗੱਲ ਨਹੀਂ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਅਸੀਂ ਇਸ ਗੱਲ ਤੋਂ ਡਰੀਏ ਕਿ ਜੇ ਮੈਂ ਇਸ ਗੱਲ ਨੂੰ ਡਿਸਕਲੋਜ਼ ਕਰੂੰਗਾ ਤਾਂ ਮੈਂ ਮਜ਼ਾਕ ਦਾ ਪਾਤਰ ਬਣੂੰਗਾ। ਇਸ ਗੱਲ ਦਾ ਆਪਾਂ ਡਾਕਟਰ ਸਾਹਿਬ ਦੇ ਕੋਲੋਂ ਹੀ ਪੁੱਛ ਲੈਂਦੇ ਸਵਾਲ। ਡਾਕਟਰ ਸਾਹਿਬ, ਇਹ ਟੈਬੂ ਬਣ ਗਿਆ ਵੀ ਜੇਕਰ ਮੈਨੂੰ ਸੈਕਸ ਪ੍ਰੋਬਲਮ ਹੈ ਤਾਂ ਮੈਂ ਉਹਨੂੰ ਡਿਸਕਲੋਜ਼ ਨਹੀਂ ਕਰੂੰਗਾ, ਇਹ ਟੈਬੂ ਬਣ ਗਿਆ, ਮਜ਼ਾਕ ਉਡੂਗਾ, ਕੀ ਕਹੋਗੇ? ਸਰ ਜਿਹੜਾ ਬੰਦਾ ਇਨਸਾਨ ਮਰਦ ਜਿਹੜਾ ਹੈਗਾ ਹੈ ਨਾ, ਉਹ ਆਪਣੇ ਆਪ 'ਚੋਂ ਹੀਣ ਭਾਵਨਾ ਸਮਝਦਾ ਵੀ ਜੇ ਮੈਨੂੰ ਸੈਕਸੁਅਲ ਵੀਕਨੈਸ ਆ ਤਾਂ ਪਤਾ ਨਹੀਂ ਮੇਰੀ ਧੌਣ ਦਾ ਕਿਹੜਾ ਸਰੀਆ ਨਿਕਲ ਜਾਣਾ, ਹੈ ਨਾ। ਦੇਖੋ ਇਹ ਬਿਮਾਰੀ ਜਿਹੜੀ ਹੈਗੀ ਇਹ ਪ੍ਰੋਬਲਮ ਆ, ਇਹ ਵੀ ਬਾਕੀ ਪ੍ਰੋਬਲਮਾਂ ਦੇ ਵਾਂਗ ਆਉਂਦੀ ਆ। ਜਿੱਦਾਂ ਕਿਸੇ ਨੂੰ ਸ਼ੂਗਰ ਆ, ਕਿਸੇ ਦੇ ਜੋੜਾਂ 'ਚ ਦਰਦ ਆ, ਕਿਸੇ ਨੂੰ TB ਹੋ ਗਈ, ਕਿਸੇ ਨੂੰ ਕੋਈ ਹੋਰ ਬਿਮਾਰੀ ਹੈਗੀ ਆ, ਹੈ ਨਾ। ਇਹ ਵੀ ਬਿਮਾਰੀ ਜਿਹੜੀ ਹੈਗੀ ਉਸੇ ਤਰੀਕੇ ਦੇ ਨਾਲ ਸਾਨੂੰ ਆਉਂਦੀ ਆ। ਜੇ ਸ਼ੂਗਰ ਸਾਡੇ ਗਲਤ ਖਾਣ ਪੀਣ ਦੇ ਕਰਕੇ ਆਉਂਦੀ ਆ ਤਾਂ ਸੈਕਸੁਅਲ ਵੀਕਨੈਸ ਵੀ ਸਾਡੇ ਗਲਤ ਖਾਣ ਪੀਣ ਦੇ ਕਰਕੇ ਆ ਸਕਦੀ। ਇੱਕ ਜ਼ਰੂਰ ਦੱਸਿਓ ਵੀ ਸੈਕਸ਼ੂਅਲ ਵੀਕਨੈਸ ਜਿਹੜੀ ਹੈ ਇਹ ਹੁੰਦੀ ਕਿੰਨੇ ਕੁ ਪ੍ਰਕਾਰ ਦੀ ਆ? ਦੇਖੋ ਆਪਾਂ ਇਹਨੂੰ 3-4 ਜਿਹੜੇ ਹੈਗੇ ਤਰੀਕੇ ਦੇ ਨਾਲ ਇਹਨੂੰ ਆਪਾਂ ਦੱਸਦੇ ਹੈਗੇ ਆ, ਵੰਡਦੇ ਆ, ਹੈ ਨਾ। ਇਹਦੇ ਵਿੱਚ ਜਿਹੜੀ ਵੀਕਨੈਸ ਦੀ ਗੱਲ ਆਉਂਦੀ ਆ, ਦੇਖੋ ਸਭ ਤੋਂ ਪਹਿਲਾਂ ਤਾਂ ਇਹਨੂੰ ਆਪਾਂ ਗਿਣਦੇ ਹੈਗੇ ਆ ਜਿਹਦੇ ਵਿੱਚ ਕਿਸੇ ਬੰਦੇ ਨੂੰ ਟਾਈਮਿੰਗ ਦੀ ਸਮੱਸਿਆ ਆਉਂਦੀ ਆ। ਜਿਹੜਾ ਕੋਈ ਵੀ ਬੰਦਾ ਹੈਗਾ ਉਹ ਆਪਣੇ ਪਾਰਟਨਰ ਦੇ ਕੋਲ ਜਾਂਦਾ ਹੈ ਔਰ ਬਹੁਤ ਜਲਦੀ ਵੀਰਜ ਜਿਹੜਾ ਹੈਗਾ ਉਹਦਾ ਖਿਸਕ ਜਾਂਦਾ ਹੈਗਾ ਔਰ ਬਹੁਤ ਜਲਦੀ ਡਿਸਚਾਰਜ ਹੋ ਜਾਂਦਾ। ਇੱਕ ਤਾਂ ਇਹ ਹੋ ਗਈ ਵੀ ਆਪਾਂ ਪਾਰਟਨਰ ਦੇ ਕੋਲ ਜਾ ਰਹੇ ਹਾਂ ਔਰ ਅਰਲੀ ਡਿਸਚਾਰਜਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਆ, ਟਾਈਮਿੰਗ ਦੀ ਸਮੱਸਿਆ ਆਉਂਦੀ ਆ। ਅਤੇ ਸਰ ਦੂਜੇ ਨੰਬਰ 'ਤੇ ਜਿਹੜੀ ਸਮੱਸਿਆ ਆਉਂਦੀ ਹੈਗੀ ਆ ਉਹਦੇ ਵਿੱਚ ਇਹ ਚੀਜ਼ ਹੈ ਵੀ ਨਸਾਂ ਦਾ ਢਿੱਲਾਪਨ ਆਉਂਦਾ ਹੈਗਾ, ਹੈ ਨਾ। ਨਸਾਂ ਦਾ ਢਿੱਲਾਪਨ ਆ ਗਿਆ ਅਤੇ ਇੰਦਰੀ ਦੇ ਵਿੱਚ ਪ੍ਰੋਪਰ ਤਣਾਅ ਨਹੀਂ ਆ ਪਾਉਂਦਾ। ਹੁਣ ਜੇ ਇੰਦਰੀ 'ਚ ਪ੍ਰੋਪਰ ਤਣਾਅ ਨਹੀਂ ਆ ਪਾਊਗਾ ਅਤੇ ਫਿਰ ਵੀ ਆਪਾਂ ਜਿਹੜਾ ਗ੍ਰਸਤ ਹੈਗਾ ਉਹਦਾ ਆਨੰਦ ਨਹੀਂ ਮਾਣ ਸਕਦੇ। ਤੀਜੇ ਨੰਬਰ 'ਤੇ ਸਰ ਆਉਂਦੀ ਹੈਗੀ ਆ ਵੀ ਉਤੇਜਨਾ ਦੀ ਕਮੀ ਹੁੰਦੀ ਆ, ਵੀ ਪਾਰਟਨਰ ਵੀ ਸਾਡੇ ਕੋਲ ਹੈਗਾ ਆ, ਹੈ ਨਾ, ਅਤੇ ਅਸੀਂ ਜਿਹੜਾ ਉਤੇਜਿਤ ਹੀ ਨਹੀਂ ਹੋ ਪਾਉਂਦੇ। ਜਾਂ ਜਦੋਂ ਅਸੀਂ ਪਹਿਲੀ ਵਾਰੀ ਡਿਸਚਾਰਜ ਹੋ ਜਾਂਦੇ ਹਾਂ, ਹੈ ਨਾ। ਦੇਖੋ ਜਿਹੜਾ ਇਹ ਗ੍ਰਸਤ ਹੈਗਾ ਹੈ 2 ਜਣਿਆਂ ਦਾ ਹੈ, ਆਪਣੇ ਪਾਰਟਨਰ ਨੂੰ ਵੀ ਸੈਟਿਸਫਾਈ ਕਰਨਾ ਜ਼ਰੂਰੀ ਹੁੰਦਾ ਹੈ। ਅਸੀਂ ਜੇ ਅਰਲੀ ਡਿਸਚਾਰਜ ਹੋ ਜਾਂਦੇ ਹਾਂ, ਪਾਰਟਨਰ ਸਾਡਾ ਸੈਟਿਸਫਾਈ ਨਹੀਂ ਹੋਇਆ, ਉਹ ਫਿਰ ਅਸੀਂ ਡਿਸਚਾਰਜ ਹੋ ਗਏ, ਲੇਕਿਨ ਸਾਡੀ ਸਮੱਸਿਆ ਕਿਆ ਹੁੰਦੀ ਹੈ? ਅਸੀਂ ਦੂਜੀ ਵਾਰੀ ਤਿਆਰ ਹੀ ਨਹੀਂ ਹੋ ਪਾਉਂਦੇ, ਸਾਡੇ 'ਚ ਦੂਜੀ ਵਾਰੀ ਉਤੇਜਨਾ ਹੀ ਨਹੀਂ ਆ ਪਾਉਂਦੀਆਂ। 2-2 ਘੰਟੇ 4-4 ਘੰਟੇ ਲੱਗ ਜਾਂਦੇ ਆ, ਜਿਨ੍ਹਾਂ ਦੀ ਵੱਧ ਸਮੱਸਿਆ 2-2 4-4 ਦਿਨ ਵੀ ਲੱਗ ਜਾਂਦੇ ਆ। ਸੋ ਆਪਾਂ ਇਹਨੂੰ ਇਸ 3 ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕ ਤਾਂ ਟਾਈਮਿੰਗ ਦੀ ਸਮੱਸਿਆ ਜਿਹੜੀ ਅਰਲੀ ਡਿਸਚਾਰਜਿੰਗ ਦੀ ਹੁੰਦੀ ਹੈਗੀ ਆ। ਦੂਜੇ ਨੰਬਰ 'ਤੇ ਸਰ ਨਸਾਂ ਦਾ ਢਿੱਲਾਪਨ, ਇੰਦਰੀ 'ਚ ਪ੍ਰੋਪਰ ਤਣਾਅ ਨਹੀਂ ਆ ਪਾਉਂਦਾ, ਇੰਦਰੀ ਸ਼ਰਿੰਕ ਹੋ ਗਈ, ਟੇਢਾਪਨ ਆ ਗਿਆ। ਅਤੇ ਉਸ ਤੋਂ ਇਲਾਵਾ ਜਿਹੜੀ ਸਾਡੇ 'ਚ ਉਤੇਜਨਾ ਦੀ ਕਮੀ ਆਉਂਦੀ ਹੈਗੀ ਆ। ਇਹਦੇ ਨਾਲ ਨਾਲ ਜਿਹੜਾ ਕਈ
ਕਈ ਵਾਰੀ ਨੌਜਵਾਨ ਤਬਕਾ ਹੈਗਾ ਆ ਹੈ ਨਾ, ਕਿਉਂਕਿ ਉਹ ਜਿੱਦਾਂ ਆਪਾਂ ਦੱਸਿਆ ਵੀ ਉਹ ਫਾਸਟ ਫੂਡ ਜ਼ਿਆਦਾ ਖਾ ਰਹੇ ਆ, ਮਸਾਲੇਦਾਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਖਾ ਰਹੇ ਆ। ਉਹਦੇ ਨਾਲ ਕੀ ਹੁੰਦਾ, ਜਦੋਂ ਮਿਹਦੇ 'ਚ ਗਰਮੀ ਵੱਧਦੀ ਆ ਫਿਰ ਉਹਨੂੰ ਧਾਤ ਦੀ ਸਮੱਸਿਆ ਆ ਜਾਂਦੀ ਹੈਗੀ ਹੈ ਨਾ। ਜੇ ਉਹ ਲੈਟਰਨ ਜਾਂਦੇ ਹੈਗੇ ਆ, ਉਹ ਥੋੜ੍ਹਾ ਬਹੁਤ ਵੀ ਜ਼ੋਰ ਲਾਉਂਦੇ ਆ, ਉਹਦੇ ਨਾਲ ਬੀਰਜ ਆਉਣਾ ਸ਼ੁਰੂ ਹੋ ਜਾਂਦਾ, ਜਾਂ ਜਦੋਂ ਪਿਸ਼ਾਬ ਕਰਦੇ ਆ ਉਹਦੇ ਨਾਲ ਉਹ ਧਾਤੂ ਜਿਹੜੀ ਆ ਉਹ ਡਿੱਗਣੀ ਸ਼ੁਰੂ ਹੋ ਜਾਂਦੀ ਆ। ਜਾਂ ਫਿਰ ਜਿਹਨੂੰ ਆਪਾਂ ਸੁਪਨ ਦੋਸ਼ ਕਹਿੰਦੇ ਆ, ਨਾਈਟ ਫਾਲ ਜਿਹੜੀ ਹੁੰਦੀ ਆ, ਵੀ ਰਾਤ ਨੂੰ ਸੁੱਤੇ ਪਏ ਆ, ਕੋਈ ਦਿਮਾਗ ਦੇ ਵਿੱਚ ਕੋਈ ਸੁਪਨਾ, ਕੋਈ ਖਿਆਲ ਇੱਦਾਂ ਦਾ ਆਉਂਦਾ ਹੈਗਾ ਆ, ਔਰ ਧਾਤੂ ਜਿਹੜੀ ਹੈਗੀ ਆ ਉਹ ਖਿਸਕ ਜਾਂਦੀ ਹੈਗੀ ਆ। ਇਹਨਾਂ ਸਮੱਸਿਆ ਦੇ ਨਾਲ ਨੌਜਵਾਨ ਵਰਗ ਜਿਹੜਾ ਹੈਗਾ ਆ ਉਹ ਜੂਝ ਰਿਹਾ, ਔਰ ਇਹਨਾਂ ਚੀਜ਼ਾਂ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਅਸੀਂ ਜਿਹੜੀ ਹੈਗੀ ਆ ਆਪਣੀ ਮੈਡੀਸਨ ਤਿਆਰ ਕੀਤੀ ਆ। ਉਹ ਮੈਡੀਸਨ ਨੂੰ ਵੀ ਆਪਾਂ 3 ਤਰੀਕੇ ਦੇ ਨਾਲ ਹੀ ਦਿੰਦੇ ਹੈਗੇ ਆ, 3 ਭਾਗਾਂ 'ਚ ਵੰਡਿਆ। ਸਾਡੀ ਇੱਕ ਕੰਬੋ ਕਿੱਟ ਆ ਜੀ, ਬਲ ਵਰਧਕ ਉਹਦਾ ਨਾਮ ਰੱਖਿਆ। ਇਹ ਬਲ ਵਰਧਕ ਕੰਬੋ ਕਿੱਟ ਹੈਗੀ ਆ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਬਲ ਵਰਧਕ ਕੈਪਸੂਲ ਆਉਂਦੇ ਆ, ਅਸੀਂ 60 ਕੈਪਸੂਲ ਦਿੰਦੇ ਆ ਜੀ। ਇਹਨਾਂ ਨੂੰ ਮੈਂ ਕਹਿੰਦਾ ਦਿਖਾ ਦਿਓ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹਾਂ ਜੀ। ਇਹ 60 ਕੈਪਸੂਲ ਹੁੰਦੇ ਆ, ਲੇਕਿਨ ਇਹ ਪ੍ਰੋਬਲਮ ਦੇ ਹਿਸਾਬ ਨਾਲ ਹੁੰਦੇ ਹੈਗੇ ਆ, ਹੈ ਨਾ। ਵੀ ਕਿਸੇ ਨੂੰ ਇਹ ਅਸੀਂ 60 ਦਿੰਦੇ ਆ, ਜੇ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ ਤਾਂ ਇਹਦੀ ਡੋਜ਼ ਅਸੀਂ ਡਬਲ ਕਰ ਦਿੰਦੇ ਹੈਗੇ ਆ। ਔਰ ਇਹ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਹੋਈਆਂ ਸਰ, ਅਸੀਂ ਖਾਸ ਕਹਿ ਲਓ ਵੀ ਇਹ ਗਰਮੀਆਂ ਦਾ ਤੋਹਫਾ ਆ, ਕਿਉਂਕਿ ਲੋਕ ਜਿਹੜੇ ਹੈਗੇ ਨਾ ਜ਼ਿਆਦਾਤਰ ਦਵਾਈਆਂ ਖਾਂਦੇ ਆ ਸਿਆਲਾਂ ਨੂੰ। ਸਿਆਲਾਂ ਨੂੰ ਤਾਂ ਉੱਦਾਂ ਹੀ ਬਲ ਰੋਜ਼ ਬਣਦਾ, ਜਿਹੜਾ ਆਯੁਰਵੇਦ ਕਹਿੰਦਾ ਉਹਦੇ ਮੁਤਾਬਕ ਸਾਡੀ ਸਿਆਲਾਂ ਦੀ ਖੁਰਾਕ ਜਿਹੜੀ ਹੁੰਦੀ ਆ ਉਹ ਇੱਦਾਂ ਦੀ ਹੁੰਦੀ ਆ ਵੀ ਰੋਜ਼ਾਨਾ ਬਲ ਬਣਦਾ ਸਾਡਾ। ਅਸੀਂ ਗ੍ਰਸਤ ਦੇ ਵਿੱਚ ਰੋਜ਼ਾਨਾ ਜਾ ਸਕਦੇ ਹਾਂ ਸਿਆਲਾਂ ਦੇ ਦਿਨਾਂ ਵਿੱਚ। ਇਹ ਜਿਹੜਾ ਬਲ ਘਟਦਾ ਆ ਇਹ ਗਰਮੀਆਂ 'ਚ ਘਟਦਾ ਆ, 3 ਤੋਂ 4 ਦਿਨ ਬਾਅਦ ਬਣਦਾ ਸਿਆਲਾਂ ਨੂੰ ਰੋਜ਼। ਗਰਮੀਆਂ ਦੇ ਵਿੱਚ ਆ ਕੇ 3 ਤੋਂ 4 ਦਿਨ ਲੱਗ ਜਾਂਦੇ ਆ ਬੰਦੇ ਦਾ ਬਲ ਬਣਨੇ ਨੂੰ। ਸੋ ਇਹ ਗਰਮੀਆਂ ਦਾ ਤੋਹਫਾ ਇੱਕ ਕਿਸਮ ਦਾ, ਕਿਉਂਕਿ ਅਸੀਂ ਇਹਦੇ ਵਿੱਚ ਠੰਡੀ ਤਸੀਰ ਦੀਆਂ ਭਸਮਾਂ ਪਾਈਆਂ ਜਿਹਦੇ ਨਾਲ ਇਹ ਤਿਆਰ ਕੀਤਾ ਹੈਗਾ, ਹੈ ਨਾ। ਤਾਂ ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਮਿਹਦੇ 'ਚ ਗਰਮੀ ਆ ਉਹਨਾਂ ਲੋਕਾਂ ਦੇ ਲਈ ਇਹ ਜਿਹੜੇ ਕੈਪਸੂਲ ਅਸੀਂ ਤਿਆਰ ਕੀਤੇ ਹੈਗੇ ਆ ਇਹ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਆ, ਕਿਉਂਕਿ ਇਹਦੇ ਵਿੱਚ ਅਬਰਕ ਭਸਮ ਆ, ਤਸੀਰ ਦੀ ਠੰਡੀ ਆ, ਬਲਵਰਧਕ ਆ। ਲੋਹ ਭਸਮ ਆ, ਤਸੀਰ ਦੀ ਠੰਡੀ ਆ। ਦੇਖੋ ਲੋਹ ਭਸਮ ਨੇ ਕਿਆ ਕਰਨਾ, ਸਾਡਾ ਖੂਨ ਵੀ ਵਧਾਉਣਾ ਹੈ। ਹੁਣ ਜਿਸ ਬੰਦੇ 'ਚ ਖੂਨ ਹੀ ਹੈ ਨਹੀਂ ਉਹ ਬੰਦੇ ਦਾ ਬੀਰਜ ਨਹੀਂ ਬਣਨਾ, ਕਿਉਂਕਿ ਇਹ ਜਿਹੜਾ ਆਪਾਂ ਖਾਣਾ ਖਾਂਦੇ, ਖੁਰਾਕ ਖਾਂਦੇ ਆ, ਇਹ ਤੋਂ ਹੀ ਸਾਡੇ ਸਰੀਰ ਦੀਆਂ 7 ਧਾਤੂਆਂ ਬਣਦੀਆਂ, ਰਸ, ਰਕਤ, ਮਾਸ, ਮੇਦ, ਅਸਥੀ, ਮੱਝਾ, ਸ਼ੁਕਰ। ਸ਼ੁਕਰ ਜਿਹਨੂੰ ਆਪਾਂ ਬੀਰਜ ਕਹਿੰਦੇ ਸਾਡੀ 7ਵੀਂ ਧਾਤੂ ਆ, ਹੈ ਨਾ। ਔਰ ਜਦੋਂ ਜਿਹੜੀ ਇਹਦੇ ਵਿੱਚ ਲੋਹ ਭਸਮ ਪਾਈ ਹੋਆ ਇਹਨੇ ਫਿਰ ਸਾਡਾ ਖੂਨ ਵੀ ਵਧਾਉਣਾ, ਆਇਰਨ ਸੈੱਲ ਵੀ ਵਧਾਉਣੇ ਹੈਗੇ। ਜਿਸ ਬੰਦੇ 'ਚ ਖੂਨ ਪੂਰਾ ਆ ਬੀਰਜ ਤਾਂ ਉਹਦਾ ਹੀ ਬਣੂਗਾ, ਕਿਉਂਕਿ ਬਲੱਡ ਤੋਂ ਹੀ ਬਣਨਾ ਹੈਗਾ। ਇਹਨੇ ਜਿਹੜਾ ਹੈਗਾ ਆ ਖੂਨ ਵੀ ਪੂਰਾ ਕਰਨਾ। ਅਤੇ ਜੋ ਵੰਗ ਭਸਮ ਆ ਤਸੀਰ ਦੀ ਠੰਡੀ ਹੁੰਦੀ ਆ, ਬਲਵਰਧਕ ਆ। ਤਾਮਰ ਭਸਮ ਹੈਗੀ ਆ, ਇਹ ਬਾਹਰ ਜਦੋਂ ਸਰੀਰ ਦੇ ਬਾਹਰ ਹੈਗੀ ਆ ਉਦੋਂ ਗਰਮ ਹੈ, ਜਦੋਂ ਅੰਦਰ ਜਾਂਦੀ ਹੈ ਠੰਡੀ ਹੋ ਜਾਂਦੀ ਹੈ। ਜਿੱਦਾਂ ਨਿੰਬੂ ਹੁੰਦਾ ਨਾ, ਨਿੰਬੂ ਸਰੀਰ ਦੇ ਬਾਹਰ ਆ ਤਾਂ ਐਸਿਡਿਕ ਆ, ਜਦੋਂ ਅੰਦਰ ਜਾਂਦਾ ਤਾਂ ਐਲਕੇਲਾਈਨ ਹੋ ਜਾਂਦਾ। ਇਹਨਾਂ ਦੀ ਇਹ ਕੁਦਰਤ ਜਿਹੜੀ ਹੈਗੀ ਬੜੀ ਬੇਅੰਤਿਆ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ, ਲੇਕਿਨ ਬੰਦੇ ਨੂੰ ਸਮਝ ਹੋਣੀ ਚਾਹੀਦੀ ਆ ਵੀ ਕਿਹਨੂੰ ਕੀ ਖਿਲਾਉਣਾ, ਹੈ ਨਾ। ਔਰ ਇਹ ਠੰਡੀ ਤਸੀਰ ਦੀਆਂ ਚੀਜ਼ਾਂ, ਔਰ ਨਾਲੇ ਇਹਨੂੰ ਬੈਲੈਂਸ ਕਰਨ ਦੇ ਲਈ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਪਾਈਆਂ ਹੋਈਆਂ, ਕਿਉਂਕਿ ਆਪਾਂ ਬਿਲਕੁਲ ਵੀ ਠੰਡਾ ਨਹੀਂ ਕਰ ਸਕਦੇ ਬੰਦੇ ਨੂੰ। ਜਿੰਨੀ ਅਗਨੀ ਚਾਹੀਦੀ ਆ ਉਨੀ ਹੋਣੀ ਵੀ ਚਾਹੀਦੀ ਆ ਬੰਦੇ ਦੇ ਵਿੱਚ, ਹੈ ਨਾ। ਬੈਲੈਂਸ ਕਰਨਾ ਸਰ, ਸਮ ਕਰਨਾ ਹੈਗਾ, ਔਰ ਸਮ ਕਰਨ ਦੇ ਲਈ ਇਹਦੇ ਵਿੱਚ ਚੀਜ਼ਾਂ ਪਾਈਆਂ ਹੋਈਆਂ। ਸੋ ਇਹ ਕੈਪਸੂਲ ਜਿਹੜੇ ਹੈਗੇ ਆ ਇਹ ਬੰਦੇ ਦੀ ਜਿਹੜੀ ਬੀਰਜ ਪਤਲਾ ਹੁੰਦਾ ਹੈ ਜਾਂ ਸਪਰਮ ਕਾਊਂਟ ਘਟਦੇ ਆ ਔਰ ਅਰਲੀ ਡਿਸਚਾਰਜ ਹੋ ਜਾਂਦਾ ਬੰਦਾ, ਟਾਈਮਿੰਗ ਦੀ ਸਮੱਸਿਆ ਜਾਂ ਜਿਹੜੇ ਲੋਕਾਂ ਨੂੰ ਧਾਤ ਦੀ ਸਮੱਸਿਆ ਹੈਗੀ ਆ ਜਾਂ ਸੁਪਨ ਦੋਸ਼ ਹੁੰਦਾ, ਕੈਪਸੂਲਾਂ ਨੇ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਹ ਹੱਲ ਕਰ ਦੇਣੀ ਹੁੰਦੀ ਹੈ। ਨੰਬਰ 2 ਸਰ ਇਹ ਹੈਗਾ ਜੀ ਬਲਵਰਧਕ ਤਿਲਾ। ਜਿੱਦਾਂ ਅਸੀਂ ਕਿਹਾ ਹੈਗਾ ਨਾ ਬਈ ਸਰੋਂ ਦੇ ਤੇਲ ਦੀ, ਨਾਰੀਅਲ ਦਾ ਤੇਲ ਹੋ ਗਿਆ, ਆਮਲੇ ਦਾ ਤੇਲ ਹੋ ਗਿਆ, ਚਮੇਲੀ ਦਾ ਤੇਲ ਆ ਜਿਹੜਾ, ਉਹਦੀ ਮਾਲਿਸ਼ ਨਹੀਂ ਕਰਨੀ, ਲਿੰਗ ਦੀਆਂ ਨਸਾਂ ਢਿੱਲੀਆਂ ਹੋ ਜਾਣਗੀਆਂ। ਅਤੇ ਲੇਕਿਨ ਮਾਲਿਸ਼ ਕਰਨੀ ਕਿਸ ਚੀਜ਼ ਦੀ ਆ, ਉਹ ਦੇਖੋ ਬਦਲ ਦੇਣਾ ਜ਼ਰੂਰੀ ਆ ਲੋਕਾਂ ਨੂੰ। ਇਹ ਜਿਹੜਾ ਹੈਗਾ ਸਮੱਸਿਆ ਤਾਂ ਸਾਰੇ ਦੱਸ ਦਿੰਦੇ ਆ, ਹੱਲ ਨਹੀਂ ਕੋਈ ਦੱਸਦਾ ਹੈ ਸਰ। ਨਸਾਂ ਦਾ ਢਿੱਲਾਪਨ ਦੂਰ ਕਰਨ ਦੇ ਲਈ ਜਿਹੜਾ ਸ਼ਾਸਤਰੀ ਯੋਗ ਆ, ਜਿਹੜਾ ਸਾਡੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ, ਉਹਦੇ ਮੁਤਾਬਕ ਅਸੀਂ ਇਹ ਤਿਲਾ ਤਿਆਰ ਕੀਤਾ ਹੈਗਾ। ਇਹ ਤਿਲਾਂ ਦੇ ਤੇਲ ਵਿੱਚ ਤਿਆਰ ਆ। ਇਹਦੇ ਨਾਲ ਨਾਲ ਇਹਦੇ ਵਿੱਚ ਦਾਲਚੀਨੀ ਦਾ ਤੇਲ, ਲੌਂਗ ਦਾ ਤੇਲ ਆ, ਇਹਦੇ ਵਿੱਚ ਖਰਾਤੀਨ ਹੈਗੀ ਆ, ਔਰ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਇਹਦੇ ਵਿੱਚ ਮਲ ਤੇਲ ਆ। ਔਰ ਮਲ ਤੇਲ ਜਿਹੜਾ ਸਾਂਖੀਏ ਤੋਂ ਤਿਆਰ ਹੁੰਦਾ। ਸਾਂਖੀਆ ਜਿਹੜਾ ਹੈਗਾ ਕਿਸਮ ਦੀ ਜ਼ਹਿਰ ਹੁੰਦੀ ਆ, ਇਹਨੂੰ ਸ਼ੁੱਧ ਕਰਕੇ ਉਹਦੇ ਵਿੱਚੋਂ ਤੇਲ ਕੱਢਿਆ ਜਾਂਦਾ, ਔਰ ਇਹ ਜਿਸ ਵੈਦ ਨੂੰ ਪਤਾ ਆ ਉਹੀ ਤੇਲ ਕੱਢ ਸਕਦਾ ਹੈ, ਠੀਕ ਹੈ ਜੀ। ਔਰ ਇਹ ਤੇਲ ਇਹ ਮਿਕਸ ਕੀਤਾ ਹੋਇਆ, ਇਹਦੇ ਵਿੱਚ ਹੋਰ ਵੀ 2-4 ਚੀਜ਼ਾਂ ਹੈਗੀਆਂ। ਜਿਹੜਾ ਇਹ ਤੇਲ ਬਣਾਇਆ ਇਹਦੀ ਰੋਜ਼ਾਨਾ ਮਾਲਿਸ਼ ਕਰਨੀ ਹੁੰਦੀ ਆ। ਜਦੋਂ ਆਪਾਂ ਇੰਦਰੀ ਦੀ ਮਾਲਿਸ਼ ਕਰਨੀ ਸ਼ੁਰੂ ਕਰਦੇ ਹਾਂ, ਨਸਾਂ ਦਾ ਢਿੱਲਾਪਨ ਇਹਦੇ ਨਾਲ ਖਤਮ ਹੋ ਜਾਣਾ। ਜਿਹੜੀਆਂ ਸੂਖਮ ਨਸਾਂ ਹੈਗੀਆਂ ਉਹਦੇ ਵਿੱਚ ਖੂਨ ਦਾ ਦੌਰਾ ਪ੍ਰੋਪਰ ਹੋਣਾ ਸ਼ੁਰੂ ਹੋ ਜਾਣਾ। ਜਿਹੜੀਆਂ ਨਸਾਂ ਬਲੌਕ ਹੋ ਗਈਆਂ, ਡੈੱਡ ਹੋ ਗਈਆਂ, ਜਿਹਦੇ ਕਰਕੇ ਇੰਦਰੀ ਸ਼ਰਿੰਕ ਹੋ ਗਈ ਆ, ਸਾਈਜ਼ ਛੋਟਾ ਹੋ ਗਿਆ, ਪਤਲਾਪਨ ਆ ਗਿਆ ਜਾਂ ਫਿਰ ਟੇਢਾਪਨ ਆ ਗਿਆ, ਉਹ ਰੀਸ਼ੇਪ, ਰੀਸਾਈਜ਼
ਹੋਣਾ ਸ਼ੁਰੂ ਹੋ ਜਾਣਾ। ਇਹ ਜਿਹੜਾ ਤੇਲ ਹੈਗਾ ਬਲਵਰਧਕ, ਇਹਦਾ ਨਾਮ ਰੱਖਿਆ ਬਲਵਰਧਕ, ਕਿਉਂਕਿ ਸਾਨੂੰ ਬਲ ਚਾਹੀਦਾ, ਇੰਦਰੀ ਨੂੰ ਵੀ ਬਲ ਚਾਹੀਦਾ, ਲਿੰਗ ਮਜ਼ਬੂਤ ਹੋਣਾ ਚਾਹੀਦਾ। ਕਈ ਲੋਕ ਜਿਹੜੇ ਹੈਗੇ ਆ ਨਾ, ਉਹ ਸਾਨੂੰ ਫੋਨ ਕਰਕੇ ਪੁੱਛਦੇ ਆ ਵੀ ਸਾਡੀ ਇੰਦਰੀ ਦਾ ਸਾਈਜ਼ ਬਹੁਤ ਛੋਟਾ ਆ। ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ। ਜਿਹੜੇ ਲੋਕਾਂ ਦਾ ਤਾਂ ਕਿਸੇ ਕਾਰਨ ਸਾਈਜ਼ ਛੋਟਾ ਹੋਇਆ, ਟੈਸਟੋਸਟੇਰੋਨ ਜਿਹੜੇ ਹੈਗੇ ਆ ਉਹ ਘਟੇ ਆ, ਜਾਂ ਕੋਈ ਹੋਰ ਸਮੱਸਿਆ ਦੇ ਕਾਰਨ ਹੈ ਨਾ ਇੰਦਰੀ ਸ਼ਰਿੰਕ ਹੋ ਗਈ ਆ, ਉਹ ਤਾਂ ਰੀਸਾਈਜ਼ ਹੋਏਗੀ। ਲੇਕਿਨ ਜਿਨ੍ਹਾਂ ਦਾ ਕੁਦਰਤੀ ਰੂਪ ਦੇ ਵਿੱਚ ਜੋ ਪਹਿਲਾਂ ਸਾਈਜ਼ ਆ, ਉਹਦੇ ਨਾਲ ਜੇ ਆਪਾਂ ਕਹੀਏ ਵੀ ਉਹ ਫਿਰ ਹੁਣ ਪਤਾ ਨਹੀਂ ਕਿੰਨਾ ਕੁ ਮੋਟਾ ਮਜ਼ਬੂਤ ਹੋ ਜਾਣਾ ਹੈਗਾ, ਉਹ ਨਹੀਂ ਇੱਦਾਂ ਹੁੰਦੀ ਹੈਗੀ। ਉਹਦੇ ਵਿੱਚ ਤਾਂ ਫਿਰ ਉਹ ਫੇਕ ਕਮਿਟਮੈਂਟਸ ਜਿਹੜੀਆਂ ਹੈਗੀਆਂ ਹੋਣਗੀਆਂ। ਲੇਕਿਨ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਦੇ ਕਰਕੇ ਸਮੱਸਿਆ ਆਈ ਆ, ਉਹ ਜ਼ਰੂਰ ਅਸੀਂ ਖ਼ਤਮ ਕਰਨ ਦਾ ਦਾਅਵਾ ਕਰਦੇ ਹੈਗੇ ਹਾਂ ਵੀ ਲਗਾਤਾਰ ਇਹਦੀ ਵਰਤੋਂ ਤੁਹਾਡੀ ਨਸਾਂ ਦੇ ਢਿੱਲੇਪਨ ਦੀ ਸਮੱਸਿਆ ਜਿਹੜੀ ਹੈਗੀ ਆ ਉਹਨੂੰ ਖ਼ਤਮ ਕਰੇਗੀ। ਇਹ ਬਲਵਰਧਕ ਤਿਲਾ ਜਿਹੜਾ ਹੈਗਾ ਆ, ਇਹਦੇ ਨਾਲ ਸਰ ਆਹ ਜਿਹੜੀ ਚੀਜ਼ ਹੈਗੀ ਆ ਬਲਵਰਧਕ ਡ੍ਰੌਪਸ ਹੈਗੇ ਆ, ਇਹਦੇ ਵਿੱਚ ਵੀ ਇੱਦਾਂ ਦੀਆਂ ਜੜੀ ਬੂਟੀਆਂ ਪਾਈਆਂ, ਜਿੱਦਾਂ ਕੇਸਰ ਹੋ ਗਿਆ ਸਰ, ਤਿਲ ਦਾ ਤੇਲ ਇਹਦੇ ਵਿੱਚ ਵੀ ਹੈਗਾ, ਇਹਦੇ ਵਿੱਚ ਮਾਲ ਕੰਗਣੀ ਹੈਗੀ ਆ, ਇਹਦੇ ਵਿੱਚ ਜਿਹੜੀ ਅਜ਼ਮੋਦ ਹੈਗੀ ਆ, ਇਹਦੇ ਵਿੱਚ ਜੈਫਲ ਜਵਿੱਤਰੀ ਹੈਗੀ ਆ, ਦੇਸੀ ਘਿਓ ਇਹਦੇ ਵਿੱਚ ਹੈਗਾ, ਮਤਲਬ ਇਹਨੂੰ ਵੀ ਸਮ ਕੀਤਾ ਹੋਇਆ। ਇਹ ਜਿਹੜੀ ਚੀਜ਼ ਹੈਗੀ ਆ ਸਰ, ਇਹ ਸਾਡੀ ਉਤੇਜਨਾ ਵਧਾਉਣ ਦੇ ਲਈ ਆ। ਜਿਹੜੇ ਮੇਲ ਹਾਰਮੋਨਸ ਘਟਦੇ ਹੈਗੇ ਆ, ਉਹਨਾਂ ਨੂੰ ਵਧਾਉਣ ਦੇ ਲਈ ਹੈਗੀ ਆ। ਔਰ ਜਿਨ੍ਹਾਂ ਲੋਕਾਂ ਦੇ ਵਿੱਚ ਉਤੇਜਨਾ ਨਹੀਂ ਆਉਂਦੀ ਹੈਗੀ, ਪਾਰਟਨਰ ਦੇ ਕੋਲ ਹੈਗੇ ਆ ਲੇਕਿਨ ਫਿਰ ਵੀ ਉਹਨਾਂ ਦੀ ਫੀਲਿੰਗ ਹੀ ਨਹੀਂ ਜਾਗਦੀ ਹੈ, ਉਹਨਾਂ ਦੀ ਉਤੇਜਨਾ ਵਧਾਉਣ ਦੇ ਲਈ ਹੈਗੀ ਆ। 3 ਪ੍ਰਕਾਰ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਇੱਕ ਬੰਦੇ ਨੂੰ, ਇੱਕ ਇਨਸਾਨ ਨੂੰ, ਮਰਦ ਨੂੰ ਆਉਂਦੀਆਂ ਹੈਗੀਆਂ। ਔਰ ਇਹਨਾਂ ਤਿੰਨਾਂ ਦਾ ਹੀ ਜਿਹੜਾ ਹੈਗਾ ਆ, ਇਹ ਕੰਬੋ ਜਿਹੜੀ ਹੈਗੀ ਆ ਕਿੱਟ, ਇਹ ਤਿੰਨਾਂ ਦਾ ਹੀ ਹੱਲ ਹੈਗੀ ਆ ਜੀ। ਲਗਾਤਾਰ ਤੁਸੀਂ ਜਿਹੜਾ ਹੈਗਾ ਆ, ਇਹ ਤਿੰਨੋਂ ਚੀਜ਼ਾਂ ਜਿਹੜੀਆਂ ਤੁਸੀਂ ਵਰਤਦੇ ਹੋ, ਬਲਵਰਧਕ ਕੰਬੋ ਕਿੱਟ ਹੈਗੀ ਆ, ਤੁਹਾਡੀ ਪ੍ਰੋਬਲਮ ਡੈਫੀਨੇਟਲੀ ਹੱਲ ਹੋਏਗੀ। ਤੁਸੀਂ ਸਾਡੇ ਕੋਲ ਆਉਂਦੇ ਹੋ, ਤੁਹਾਡੇ ਸਰੀਰ ਦੀ ਤਸਵੀਰ ਦੇ ਹਿਸਾਬ ਦੇ ਨਾਲ ਅਸੀਂ ਤੁਹਾਡਾ ਡਾਈਟ ਚਾਰਟ ਵੀ ਸੈੱਟ ਕਰਾਂਗੇ। ਤੁਹਾਡੀ ਕੇਸ ਹਿਸਟਰੀ ਜਾਣ ਕੇ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਡੋਜ਼ ਦੇਵਾਂਗੇ ਵੀ ਤੁਹਾਨੂੰ ਇਹ ਜਿਹੜੇ ਕੈਪਸੂਲ ਹੈਗੇ ਆ, ਸਿੰਗਲ ਡੋਜ਼ ਮੰਨ ਲਓ 1 ਕੈਪਸੂਲ ਸਵੇਰੇ ਸ਼ਾਮ ਜਾਂ 2 ਕੈਪਸੂਲ ਸਵੇਰੇ ਸ਼ਾਮ ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਹੈਗੇ ਆ, ਉਹ ਅਸੀਂ ਦੱਸਦੇ ਹਾਂ ਤਾਂ ਪ੍ਰੋਬਲਮ ਤੁਹਾਡੀ ਖਤਮ ਹੁੰਦੀ ਹੈ। ਮਤਲਬ ਉਹ ਸਾਰਾ ਕੁਝ ਤੁਸੀਂ ਨਿਰਧਾਰਤ ਕਰੋਗੇ, ਪਹਿਲਾਂ ਚੈੱਕ ਕਰੋਗੇ। ਸਿੱਧਾ ਸਵਾਲ ਤੇ ਆਉਂਦੇ ਆ। ਇਹ ਸਵਾਲ ਜ਼ਿਹਨ 'ਚ ਮੇਰੇ ਬੜੀ ਚਿਰ ਦਾ ਘੁੰਮ ਰਿਹਾ ਹੈ। ਸਵਾਲ ਇਹ ਹੈ, ਹੁਣ ਤੱਕ ਕਿੰਨੀ ਏਜ ਹੱਦ, ਕਿੰਨੀ ਉਮਰ ਹੱਦ ਤੱਕ ਦੇ ਵਿਅਕਤੀ ਨੂੰ ਠੀਕ ਕਰ ਚੁੱਕੇ ਹੋ, ਤੇ ਕੀ ਦਾਅਵਾ ਹੈ ਕਿੰਨੀ ਉਮਰ ਹੱਦ ਦੇ ਬੰਦੇ ਨੂੰ ਠੀਕ ਕਰ ਸਕਦੇ ਹੋ? ਦੇਖੋ ਇਹਦੇ ਵਿੱਚ 2-3 ਚੀਜ਼ਾਂ ਹੈਗੀਆਂ ਆ ਸਰ। ਅਸੀਂ ਜਿਸ ਉਮਰ ਦੇ ਵਿੱਚ ਜਿਹੜੇ ਇੰਡੀਆ ਦੇ ਲੋਕ ਹੈਗੇ ਆ ਹੈ ਨਾ, ਉਹ ਹਾਰ ਮੰਨ ਜਾਂਦੇ ਆ। ਜਾਪਾਨ ਵਰਗੇ ਮੁਲਕਾਂ ਦੇ ਵਿੱਚ 19 ਏਜ ਦੇ ਵਿੱਚ ਲੋਕ ਵਿਆਹ ਕਰਾਉਣ ਤੁਰੇ ਹੁੰਦੇ ਆ ਹੈ ਨਾ। ਖੁਰਾਕ 'ਤੇ ਬਹੁਤ ਕੁਝ ਡਿਪੈਂਡ ਕਰਦਾ ਹੈਗਾ ਜੀ। 60-65 ਸਾਲ ਦੀ ਜਿਹੜੀ ਏਜ ਹੈਗੀ ਆ ਉਹ ਨੋਰਮਲ ਹੈ, ਉਦੋਂ ਤੱਕ ਵੀ ਬੰਦਾ ਜਿਹੜਾ ਹੈਗਾ ਆ ਉਹ ਗ੍ਰਸਤ ਜੀਵਨ ਦਾ ਆਨੰਦ ਮਾਣ ਸਕਦਾ ਹੈ। ਉਹ ਤੋਂ ਬਾਅਦ ਜਾ ਕੇ ਜੇ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਹੈਗੀ ਆ ਨਾ, ਕੋਈ ਸ਼ੂਗਰ ਲੰਬੇ ਸਮੇਂ ਤੋਂ ਆ, ਉਹ ਲੋਕ ਹੈਗੇ ਆ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਬਲਮ ਨੂੰ ਬਹੁਤ ਲੰਬਾ ਸਮਾਂ ਲੱਗੇਗਾ ਠੀਕ ਹੋਣ ਦੇ ਲਈ, ਜਾਂ ਫਿਰ ਉਹਨੂੰ ਕਹਾਂਗੇ ਵੀ ਉਮਰ ਜ਼ਿਆਦਾ ਹੋ ਗਈ, ਕੋਈ 70-75 ਸਾਲ 80 ਸਾਲ ਹੈਗੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਕਾਊਂਟ ਕਰਦੀਆਂ ਹੈਗੀਆਂ। ਲੇਕਿਨ 65 ਸਾਲ ਤੱਕ ਦੀ ਏਜ ਜਿਹੜੀ ਹੈਗੀ ਆ ਉਹ ਨੋਰਮਲ ਆ, ਗ੍ਰਸਤ ਜੀਵਨ ਦਾ ਆਨੰਦ ਮਾਣ ਸਕਦੇ ਹੈਗੇ ਆ ਲੋਕ, ਜੇ ਕੋਈ ਪ੍ਰੋਬਲਮ ਆਉਂਦੀ ਹੈਗੀ। ਵੈਸੇ ਤਾਂ ਕਹਿੰਦੇ 40 ਤੋਂ ਬੰਦਾ ਟੱਪਿਆ ਨਹੀਂ, ਕਹਿਣ ਲੱਗ ਜਾਂਦੇ ਜਵਾਨੀ ਲੰਘ ਗਈ। ਇਹ ਮਿੱਥ ਨੂੰ ਤੋੜਦੇ ਹੋ ਤੁਸੀਂ? ਦੇਖੋ ਜਵਾਨੀ ਜਿਹੜੀ ਹੈਗੀ ਆ ਸਰ, ਉਹਨੂੰ ਆਪਾਂ ਇਕੱਲੇ ਸੈਕਸ ਦੇ ਨਾਲ ਨਹੀਂ ਨਾ ਮਾਪ ਸਕਦੇ ਹੈ ਨਾ। ਜਵਾਨੀ ਹੁਣ ਇੱਥੇ ਤਾਂ ਇੱਦਾਂ ਵੀ ਕਹੀ ਜਾਂਦੇ ਵੀ ਦਿਲ ਹੋਣਾ ਚਾਹੀਦਾ ਜਵਾਨ ਹੈ ਨਾ, ਉਮਰਾਂ 'ਚ ਕੀ ਰੱਖਿਆ, ਅਤੇ ਉਹ ਉਮਰਾਂ ਵੀ ਮਾਇਨੇ ਨਹੀਂ ਰੱਖਦੀਆਂ ਹੈਗੀਆਂ। ਤੁਹਾਡੀ ਅਗਰ ਖੁਰਾਕ ਵਧੀਆ ਹੈਗੀ ਆ, ਤੁਸੀਂ ਦਿਮਾਗ ਦੇ ਉੱਤੇ ਕੋਈ ਬੋਝ ਨਹੀਂ ਰੱਖਦੇ, ਟੈਨਸ਼ਨ ਹੈ ਨਹੀਂ ਗੀ, ਤਾਂ ਤੁਸੀਂ ਲੰਬਾ ਸਮਾਂ ਸਰ ਜਿਹੜਾ ਹੈਗਾ ਆ ਉਹ ਸੈਕਸ ਦਾ ਆਨੰਦ ਮਾਣ ਸਕਦੇ ਆ। ਸੋ ਤੁਸੀਂ ਡਾਕਟਰ ਸਾਹਿਬ ਦਵਾਈਆਂ ਵੀ ਦਿਖਾਤੀਆਂ। ਇੱਕ ਗੱਲ ਦਾ ਜ਼ਿਹਨ 'ਚ ਮੇਰੇ ਸਵਾਲ ਘੁੰਮ ਰਿਹਾ ਵੀ ਇਹ ਦਵਾਈਆਂ ਜਿਹੜੀਆਂ ਤੁਸੀਂ ਦਿਖਾਈਆਂ ਨੇ, ਤੁਸੀਂ ਆਪ ਦੱਸਿਆ ਇਹਦਾ ਆਹ ਨਾਮ, ਇਹਦਾ ਆਹ ਨਾਮ, ਕੀ ਇਹ ਰਜਿਸਟਰ ਨੇ? ਕਿਉਂਕਿ ਕੱਲ੍ਹ ਨੂੰ ਇਹ ਸਵਾਲ ਤੁਹਾਨੂੰ ਉਹਨਾਂ ਨੇ ਵੀ ਪੁੱਛਣਾ ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ, ਇਸ ਕਰਕੇ ਪਹਿਲਾਂ ਹੀ ਦਰਸ਼ਕਾਂ ਨੂੰ ਕਲੀਅਰ ਕਰ ਲਈਏ। ਤੇ ਇਹ ਦਵਾਈਆਂ ਰਜਿਸਟਰ ਨੇ ਜਾਂ ਨਹੀਂ? ਦੇਖੋ ਸਰ, ਅਸੀਂ ਜਿਹੜਾ ਸਾਡਾ ਗ੍ਰੇਟ ਪਾਥ ਆਯੁਰਵੇਦਾ ਆ, ਇਹ ਵੀ ਰਜਿਸਟਰਡ ਆ। ਦਵਾਈਆਂ ਤਾਂ ਬਾਅਦ ਦੀ ਗੱਲ ਹੈਗੀ ਆ, ਗ੍ਰੇਟ ਪਾਥ ਆਯੁਰਵੇਦਾ ਵੀ ਰਜਿਸਟਰਡ ਆ। ਜਿੰਨੀਆਂ ਸਾਡੇ ਕੋਲ ਦਵਾਈਆਂ ਹੈਗੀਆਂ ਪਿਓਰਲੀ ਆਯੁਰਵੈਦਿਕ ਦਵਾਈਆਂ ਹੁੰਦੀਆਂ, ਔਰ ਇਹ ਸਾਰੀਆਂ ਦਵਾਈਆਂ ਰਜਿਸਟਰਡ ਹੈਗੀਆਂ। ਨੰਬਰ 2 ਸਰ, ਸਾਡੀਆਂ ਦਵਾਈਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਅਸੀਂ ਜਦੋਂ ਦਵਾਈਆਂ ਤਿਆਰ ਕਰਦੇ ਹਾਂ, ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਦਵਾਈਆਂ ਸਾਰੀਆਂ ਅਸੀਂ ਖੁਦ ਤਿਆਰ ਕਰਦੇ ਹਾਂ। ਅਸੀਂ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹ ਸਾਡੀ ਖੁਦ ਦੀ ਆਪਣੀ ਹੈਗੀ, ਦਵਾਈਆਂ ਅਸੀਂ ਖੁਦ ਤਿਆਰ ਕਰਦੇ ਹਾਂ, ਕਿਤੇੋਂ ਅਸੀਂ ਪਰਚੇਜ਼ ਨਹੀਂ ਕਰ ਰਹੇ ਦਵਾਈਆਂ ਹੈ ਨਾ। ਕਿਉਂਕਿ ਜਦੋਂ ਆਪਾਂ ਪਰਚੇਜ਼ ਕਰਦੇ ਹਾਂ ਸਰ, ਉਹਨਾਂ ਦਵਾਈਆਂ ਦੇ ਉੱਤੇ ਵੀ ਦਾਅਵਾ ਨਹੀਂ ਹੁੰਦਾ ਵੀ ਉੱਤੇ ਲਿਖਿਆ ਕੁਛ ਆ ਤਾਂ ਵਿੱਚ ਪਾਇਆ ਕੁਛ ਹੋਰ ਹੋਵੇ। ਸਾਡਾ ਦਾਅਵਾ ਇਸ ਕਰਕੇ ਆ ਕਿਉਂਕਿ ਦਵਾਈਆਂ ਦੇ ਵਿੱਚ ਕੀ ਪਾਇਆ ਸਾਨੂੰ ਪਤਾ ਆ, ਔਰ ਦਵਾਈਆਂ ਬਿਲਕੁਲ ਰਜਿਸਟਰਡ ਆ ਜੀ।
ਔਰ ਸੈਕੰਡਲੀ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈ ਸਾਡੇ ਸਰੀਰ ਦੇ ਉੱਤੇ, ਕਿਉਂਕਿ ਅਸੀਂ ਪਿਓਰਲੀ ਆਯੁਰਵੇਦ ਦੇ ਵਿੱਚ ਕੰਮ ਕਰਦੇ ਹਾਂ। ਕੋਈ ਕੈਮੀਕਲ ਨਹੀਂ, ਅਸੀਂ ਤਾਂ ਸਰ ਲੱਖ ਰੁਪਈਆ ਨਾਮ ਰੱਖਿਆ ਹੋਇਆ ਵੀ ਸਾਡੀ ਕੋਈ ਵੀ ਦਵਾਈ ਚੱਕੋ, ਦੁਨੀਆ ਦੀ ਕਿਸੇ ਵੀ ਲੈਬੋਰਟਰੀ ਤੋਂ ਜਾ ਕੇ ਚੈੱਕ ਕਰਾ ਲਓ, ਜੇ ਉਹਦੇ ਵਿੱਚੋਂ ਤੁਹਾਨੂੰ ਇੱਕ ਮਾਸਾ ਵੀ, 1% ਵੀ ਜਿਹੜਾ ਹੈਗਾ ਆ ਕੋਈ ਕੈਮੀਕਲ ਜਾਂ ਕੋਈ ਹੋਰ ਅੰਗਰੇਜ਼ੀ ਦਵਾਈਆਂ ਦਾ ਕੋਈ ਤੁਹਾਨੂੰ ਕੋਈ ਲੱਛਣ ਉਹਦੇ ਵਿੱਚ ਦਿਸਦੇ ਆ, ਤਾਂ ਅਸੀਂ ਲੱਖ ਰੁਪਈਆ ਨਾਮ ਦੇਣ ਨੂੰ ਤਿਆਰ ਬੈਠੇ ਹਾਂ। ਕਿਉਂਕਿ ਸਾਨੂੰ ਪਤਾ ਆ ਬਈ ਜਿਹੜਾ ਆਯੁਰਵੇਦ ਹੈ, ਇਹ ਆਯੁਰਵੇਦ ਸਦੀਆਂ ਤੋਂ ਸਾਡੇ ਦੇਸ਼ ਦੇ ਵਿੱਚ ਹੈ। ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅਜੇ ਜਿਹੜੀ ਸਾਇੰਸ ਹੈਗੀ ਆ ਉਹਨੇ ਇੰਨੀ ਤਰੱਕੀ ਨਹੀਂ ਕੀਤੀ ਸੀ, ਜਾਂ ਅੰਗਰੇਜ਼ੀ ਦਵਾਈਆਂ ਇੰਨੀਆਂ ਜਿਹੜੀਆਂ ਹੈਗੀਆਂ ਉਹ ਹਾਵੀ ਨਹੀਂ ਹੋਈਆਂ ਸੀ ਇਨਸਾਨ ਦੇ ਉੱਤੇ, ਤਾਂ ਸਾਡੇ ਦੇਸ਼ ਭਾਰਤ ਦੇ ਵਿੱਚ ਉਦੋਂ ਵੀ ਆਯੁਰਵੇਦ ਦੇ ਨਾਲ ਬਹੁਤ ਖਤਰਨਾਕ ਬਿਮਾਰੀਆਂ ਦਾ ਇਲਾਜ ਸਹਿਜੇ ਹੀ ਕਰ ਦਿੱਤਾ ਜਾਂਦਾ ਸੀਗਾ। ਸੋ ਸਾਨੂੰ ਸਰ ਆਪਣੇ 'ਤੇ ਨਹੀਂ, ਸਾਨੂੰ ਸਾਡੇ ਆਯੁਰਵੇਦ 'ਤੇ ਭਰੋਸਾ ਆ। ਇਹ ਜਿਹੜਾ ਆਯੁਰਵੇਦ ਹੈ, ਇਹ ਦੇਖੋ ਗ੍ਰੰਥ ਜਿਹੜੇ ਹੈਗੇ ਆ ਅਸੀਂ ਜੇ ਨਾਲ ਰੱਖੇ ਹੋਏ ਆ, ਤਾਂ ਇਹ ਉਹ ਗ੍ਰੰਥ ਆ ਜਿਹੜੇ ਗ੍ਰੰਥ ਸਾਨੂੰ ਜਾਣਕਾਰੀ ਦਿੰਦੇ ਆ ਵੀ ਆਯੁਰਵੇਦ ਹੈਗਾ ਕੀ ਆ, ਇਹਨੂੰ ਵਰਤਣਾ ਕਿੱਦਾਂ ਆ, ਕਿਹੜੀਆਂ ਚੀਜ਼ਾਂ ਹੈਗੀਆਂ ਆ ਜਿਹੜੀਆਂ ਸਾਡੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਸਕਦੀਆਂ। ਬਸ ਬੰਦੇ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਜੜੀ ਬੂਟੀਆਂ ਦੀ। ਦੇਖੋ ਹੁਣ ਤੱਕ ਅਜੇ ਜਿਹੜੀਆਂ ਅਸੀਂ ਨਾ ਲੱਖ ਦੇ ਨੇੜੇ ਤੇੜੇ ਕੋਈ ਜੜੀ ਬੂਟੀਆਂ ਹੈਗੀਆਂ ਜਿਨ੍ਹਾਂ ਦੀ ਜਾਣਕਾਰੀ ਅਜੇ ਹੋਈ ਹੈਗੀ ਆ, ਅਜੇ ਬਹੁਤ ਕੁਝ ਬਾਕੀ ਆ। ਔਰ ਮੈਨੂੰ ਇਹ ਉਮੀਦ ਆ ਵੀ ਜਿੰਨੇ ਜਿਹੜੇ ਆਯੁਰਵੇਦ ਨਾਲ ਸੰਬੰਧਿਤ ਡਾਕਟਰ ਹੈਗੇ ਆ, ਵੈਦ ਹੈਗੇ ਆ, ਉਹ ਲੱਗੇ ਹੋਏ ਆ ਆਪਣੇ ਹਿਸਾਬ ਦੇ ਨਾਲ ਆਪਣੇ ਲੈਵਲ 'ਤੇ। ਅਜੇ ਇਹਨੂੰ ਹੋਰ ਆਪਾਂ ਉਚਾਈਆਂ 'ਤੇ ਲਿਜਾ ਸਕਦੇ ਹਾਂ। ਬਸ ਗੱਲ ਇਹ ਹੈਗੀ ਆ ਵੀ ਆਪਾਂ ਸ਼ੁੱਧ ਆਯੁਰਵੇਦ ਦੀ ਗੱਲ ਕਰਨੀ ਆ। ਸਿਰਫ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਨਾ ਆਪਾਂ ਉਹ ਮਿਕਸ ਅਪ ਨਹੀਂ ਕਰੀ ਜਾਣਾ ਹੈਗਾ ਸਾਰੀਆਂ ਚੀਜ਼ਾਂ ਨੂੰ, ਬਈ ਆਪ ਵਿੱਚ ਘੋਟ ਕੇ ਆਪਾਂ ਕੁਛ ਗਲਤ ਪਾਈ ਜਾਈਏ। ਉਹਦੇ ਨਾਲ ਫਿਰ ਇਨਸਾਨ ਆ ਜਿਹੜਾ ਸਾਡੇ ਕੋਲ ਜਿਹੜਾ ਕੋਈ ਬੰਦਾ ਆਉਂਦਾ ਜਿਹੜਾ ਆਪਣੀ ਬਿਮਾਰੀ ਤੋਂ ਪੀੜਿਤ ਹੈਗਾ ਆ, ਉਹਦੇ ਨਾਲ ਫਿਰ ਖਿਲਵਾੜ ਹੋ ਜਾਂਦੀ ਹੈਗੀ। ਸੋ ਖਿਲਵਾੜ ਨਹੀਂ ਕਰਨਾ, ਆਪਾਂ ਇਲਾਜ ਕਰਨਾ ਹੈ ਜੀ। ਸੋ ਡਾਕਟਰ ਸਾਹਿਬ ਤੁਸੀਂ ਇਹਨਾਂ 'ਤੇ ਚਾਨਣਾ ਪਾਇਆ। ਆਸ ਹੈ ਸਾਨੂੰ ਕਿ ਜਿਹੜੇ ਦਰਸ਼ਕ ਸੁਣ ਰਹੇ ਹੋਣਗੇ ਉਹ ਇਸ ਗੱਲ ਤੋਂ ਸੈਟੀਸਫਾਈ ਹੋਣਗੇ ਜੋ ਕੁਝ ਵੀ ਡਾਕਟਰ ਸਾਹਿਬ ਨੇ ਦੱਸਿਆ ਹੈ। ਅਗਲੇ ਮੁੱਦੇ 'ਤੇ ਆਉਂਦੇ ਹਾਂ। ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਹੇਠਾਂ ਨੰਬਰ ਅਤੇ ਐਡਰੈਸ ਚੱਲ ਰਿਹਾ ਹੈ, ਸੰਪਰਕ ਕਰ ਸਕਦੇ ਹੋ। ਆਪਣੇ ਕਿਸੇ ਵੀ ਤਰੀਕੇ ਦੇ ਰੋਗ ਦਾ ਨਿਵਾਰਨ ਤੁਸੀਂ ਡਾਕਟਰ ਸਾਹਿਬ ਦੇ ਕੋਲੋਂ ਲੈ ਸਕਦੇ ਹੋ। ਡਾਕਟਰ ਸਾਹਿਬ ਆਖਰੀ ਸਵਾਲ ਮੇਰਾ ਇਹ ਸੀ, ਇਹ ਤਾਂ ਹੋ ਗਿਆ ਵਿਸ਼ਾ ਆਪਾਂ ਟੱਚ ਕੀਤਾ ਜਿਹੜਾ ਬੜੇ ਚੰਗੇ ਤਰੀਕੇ ਦੇ ਨਾਲ ਤੁਸੀਂ ਹਰ ਗੱਲ 'ਤੇ ਚਾਨਣਾ ਪਾਇਆ, ਇਹ ਤਾਂ ਹੋ ਗਿਆ, ਪਰ ਹੋਰ ਵੀ ਬੜੇ ਸਾਰੇ ਰੋਗ ਨੇ ਜਿਨ੍ਹਾਂ ਤੋਂ ਲੋਕ ਪੀੜਤ ਨੇ। ਤੁਸੀਂ ਹੋਰ ਕਿਹੜੇ ਰੋਗਾਂ ਨਾਲ ਨਜਿੱਠਦੇ ਹੋ? ਦੇਖੋ ਸਾਡੇ ਕੋਲ ਲਗਭਗ ਸਾਰੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਇਲਾਜ ਹੈ ਸਰ। ਲਾ ਇਲਾਜ ਬਿਮਾਰੀਆਂ ਜਿਨ੍ਹਾਂ ਦੇ ਵਿੱਚ ਐਲੋਪੈਥੀ ਕਹਿੰਦੀ ਹੈਗੀ ਆ ਕਿ ਤੁਹਾਨੂੰ ਸਾਰੀ ਉਮਰ ਗੋਲੀ ਖਾਣੀ ਪੈਣੀ ਹੈ ਨਾ, ਜਿੱਦਾਂ ਸ਼ੂਗਰ ਹੋ ਗਈ, ਥਾਇਰਾਇਡ ਹੋ ਗਿਆ, ਯੂਰਿਕ ਐਸਿਡ ਆ, ਕਿਸੇ ਦਾ BP ਵਾਧਾ ਘਟਦਾ ਹੈਗਾ, ਕੋਲੈਸਟਰੋਲ ਹੋ ਗਿਆ, ਟ੍ਰਾਈਗਲਿਸਰਾਈਡ ਆ, ਕੋਈ ਲੀਵਰ ਸੰਬੰਧੀ ਸਮੱਸਿਆਵਾਂ ਆਉਂਦੀਆਂ ਜਿੱਦਾਂ ਕਾਲਾ ਪੀਲੀਆ ਹੋ ਗਿਆ, ਬਹੁਤ ਲੋਕ ਪੀੜਤ ਹੈਗੇ ਆ। ਔਰ ਕਾਲਾ ਪੀਲੀਆ ਜਿਹੜਾ ਹੈਗਾ ਆ ਅਸੀਂ ਉਹਦੀ ਦਵਾਈ ਤਿਆਰ ਕੀਤੀ ਆ। ਬੜੀ ਕੁਦਰਤ ਦੀ ਕਿਰਪਾ ਆ, ਆਯੁਰਵੇਦ ਨੇ ਸਾਨੂੰ ਇੱਦਾਂ ਦਾ ਖਜ਼ਾਨਾ ਦਿੱਤਾ ਹੈ ਜਿਹਦੇ ਵਿੱਚ ਅਸੀਂ ਕੋਈ 3-4 ਮਹੀਨੇ ਦੇ ਵਿੱਚ ਉਹ ਕਾਲੇ ਪੀਲੀਏ ਦਾ ਜਿਹੜਾ ਵਾਇਰਲ ਲੋਡ ਹੁੰਦਾ ਹੈਗਾ ਉਹਨੂੰ ਜ਼ੀਰੋ ਕਰ ਦਈਦਾ। ਬੜੇ ਅਸੀਂ ਕੌਨਫੀਡੈਂਸ ਦੇ ਨਾਲ ਇਹ ਗੱਲ ਕਹਿੰਦੇ ਹੈਗੇ। ਬੱਚੇਦਾਨੀ ਦੀਆਂ ਰਸੌਲੀਆਂ ਹੋ ਗਈਆਂ, ਲੇਡੀਜ਼ ਬਹੁਤ ਤੜਫਦੀਆਂ, ਆਪਰੇਸ਼ਨ ਕਰਾਉਣ ਤੱਕ ਨੌਬਤ ਆ ਜਾਂਦੀ। ਅਸੀਂ ਕਹਿੰਦੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਫਗਵਾੜੇ ਸਾਡੇ ਕੋਲ ਗ੍ਰੇਟ ਪਾਥ ਆਯੁਰਵੇਦ ਆ ਜਾਓ, ਤੁਹਾਨੂੰ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪਏਗੀ। ਲਕੋਰੀਆ ਹੋ ਗਿਆ ਲੇਡੀਜ਼ ਦੇ ਮਾਮਲੇ ਦੇ ਵਿੱਚ, ਜਾਂ ਕਿਡਨੀ ਦੀ ਜਾਂ ਪਿੱਤੇ ਦੀ ਪੱਥਰੀ ਹੋ ਗਈ। ਪਿੱਤੇ ਦੀ ਪੱਥਰੀ ਬਾਰੇ ਵੀ ਲੋਕ ਜਿਹੜੇ ਹੈਗੇ ਆ ਆਪਰੇਸ਼ਨ ਕਰਨ ਤੱਕ ਜਾਂਦੇ ਆ। ਅਸੀਂ ਕਹਿੰਦੇ ਵੀ ਨਹੀਂ, ਆਪਰੇਸ਼ਨ ਦੀ ਜ਼ਰੂਰਤ ਨਹੀਂ ਹੈ, ਤੁਹਾਡੀ ਪਿੱਤੇ ਦੀ ਪੱਥਰੀ ਜਿਹੜੀ ਹੈਗੀ ਉਹ ਵੀ ਨਿਕਲ ਸਕਦੀ। ਸਰ ਜੋੜਾਂ ਦਾ ਦਰਦ ਹੋ ਗਿਆ, ਸਰਵਾਈਕਲ ਸਲਿਪ ਡਿਸਕ ਹੈਗੀ ਆ, ਜਾਂ ਗਠੀਆ ਹੋ ਗਿਆ। ਇੱਕ ਹੋਰ ਸਮੱਸਿਆ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਆਉਂਦੀ ਹੈਗੀ, ਜਿਹੜੀ ਸਾਹ ਦੀ ਪ੍ਰੋਬਲਮ ਆ, ਅਸਥਮਾ ਜਿਹਨੂੰ ਆਪਾਂ ਕਹਿੰਦੇ ਆ, ਖੰਘ ਰੇਸ਼ਾ ਛਾਤੀ ਦੇ ਵਿੱਚ ਜੰਮੀ ਰਹਿੰਦੀ ਆ, ਲੋਕ ਪੰਪ ਲੈਂਦੇ ਆ ਤਾਂ ਸਾਹ ਆਉਂਦਾ, 10 ਕਦਮ ਵੀ ਚੱਲਦੇ ਆ ਸਾਹ ਚੜ੍ਹ ਜਾਂਦਾ, ਸਾਹ ਫੁੱਲ ਜਾਂਦਾ ਉਹਨਾਂ ਦਾ। ਸਰ ਬੜੀ ਕਿਰਪਾ ਹੈਗੀ ਆ ਵੀ ਇਸ ਮਾਮਲੇ ਵਿੱਚ ਸਾਡੇ ਕੋਲ ਜਿਹੜੀ ਦਵਾਈ ਆ ਉਹ 2-3 ਮਹੀਨੇ ਦੇ ਵਿੱਚ ਤੁਹਾਡਾ ਪੰਪ ਵਗੈਰਾ ਜਿਹੜਾ ਹੈਗਾ ਉਹ ਗਰੰਟੀ ਦੇ ਨਾਲ ਛੁੱਟ ਜਾਂਦਾ ਹੈਗਾ। ਤੁਹਾਡੀ ਪ੍ਰੋਬਲਮ ਅਸਥਮਾ ਦੀ ਬਿਲਕੁਲ ਠੀਕ ਹੋ ਜਾਂਦੀ ਹੈਗੀ ਆ। ਇਹ ਤੋਂ ਇਲਾਵਾ ਸਰ ਜਿੱਦਾਂ ਸ਼ੂਗਰ ਹੋ ਗਈ ਉਹ ਦਵਾਈ ਹੈਗੀ ਆ ਸਾਡੇ ਕੋਲ, ਹੈ ਨਾ। ਅਤੇ ਬਾਕੀ ਦੀਆਂ ਸਮੱਸਿਆਵਾਂ ਜਿੱਦਾਂ ਕੋਈ ਵਾਲ ਵਗੈਰਾ ਝੜਨੇ ਤੋਂ ਹੈਗੇ ਆ, ਜਾਂ ਕੋਈ ਲੀਵਰ ਦੀਆਂ ਸਮੱਸਿਆਵਾਂ ਹੈਗੀਆਂ, ਜਾਂ ਬਵਾਸੀਰ ਜਿਹੜੀ ਹੈਗੀ ਆ, ਚਾਹੇ ਉਹ ਮੋਕਿਆਂ ਵਾਲੀ ਆ, ਚਾਹੇ ਉਹ ਬਾਦੀ ਆ, ਚਾਹੇ ਉਹ ਖੂਨੀ ਹੈਗੀ ਆ, ਉਹਦੀ ਸਮੱਸਿਆ ਦਾ ਹੱਲ ਜਿਹੜਾ ਹੈਗਾ ਆ ਉਹ ਅਸੀਂ ਕਰਦੇ ਹੈਗੇ ਹਾਂ। ਇਸ ਤੋਂ ਇਲਾਵਾ ਪੂਰੀ ਬੋਡੀ ਦੀ ਡਿਟੋਕਸੀਫਿਕੇਸ਼ਨ ਕਰਨ ਦੇ ਲਈ ਸਾਡੇ ਕੋਲ ਦਵਾਈ ਹੈਗੀ ਆ, ਤ੍ਰਿਦੋਸ਼ ਨਾਸ਼ਕ ਅਸੀਂ ਉਹਨੂੰ ਸੱਦਦੇ ਹੈਗੇ ਹਾਂ। ਕਿਉਂਕਿ ਵਾਤ ਪਿੱਤ ਕਫ ਨੂੰ ਬੈਲੈਂਸ ਕਰਨਾ ਹੁੰਦਾ, ਖੂਨ ਦਾ ਸ਼ੁੱਧੀਕਰਨ ਕਰਨਾ ਹੁੰਦਾ। ਕਿਉਂਕਿ 3 ਦੋਸ਼ ਜਿਹੜੇ ਹੈਗੇ ਨਾ, ਵਾਤ ਪਿੱਤ ਕਫ, ਇਹ 3 ਦੋਸ਼ ਆ। ਚੌਥਾ ਦੋਸ਼ ਜਿਹੜਾ ਹੈਗਾ ਉਹ ਰਕਤ ਹੁੰਦਾ, ਕਿਉਂਕਿ ਬਿਮਾਰੀ ਰਕਤ ਦੇ ਵਿੱਚ ਹੁੰਦੀ ਆ। ਉਹਦਾ ਸ਼ੁੱਧੀਕਰਨ ਜਿਹੜਾ ਹੈਗਾ ਉਹ ਜ਼ਰੂਰੀ ਹੁੰਦਾ, ਉਹ ਕਰਦੇ ਹੈਗੇ ਆ ਜੀ ਅਸੀਂ। ਇਸ ਤੋਂ ਇਲਾਵਾ ਜਿਹੜਾ ਹੈਗਾ ਆ ਸਾਡੇ ਕੋਲ
ਨਾਭੀ 'ਚ ਪਾਉਣ ਨੂੰ ਦਵਾਈ ਹੈ ਡਾਕਟਰ ਨੇਵਲ, ਜਿਹੜੀ ਸਾਡੀ ਸਰੀਰ ਦੀਆਂ ਬਿਮਾਰੀਆਂ ਨੂੰ ਖਤਮ ਕਰਦੀ ਹੈਗੀ, ਬਲੋਕੇਜ ਖੋਲ੍ਹਦੀ ਆ। ਸਾਡੇ ਕੋਲ ਨਾਸਿਕਾ ਅੰਮ੍ਰਿਤ ਨਾਂ ਦੀ ਦਵਾਈ ਹੈਗੀ ਆ, ਜਿਹੜੀ ਨੱਕ ਵਿੱਚ ਪਾਉਣੀ ਹੁੰਦੀ ਆ, ਔਰ ਛਾਤੀ ਤੋਂ ਉੱਪਰਲੀਆਂ ਜਿੰਨੀਆਂ ਬਿਮਾਰੀਆਂ ਸਾਰੀਆਂ ਦੀਆਂ ਸਾਰੀਆਂ ਦਵਾਈਆਂ ਰਜਿਸਟਰਡ ਸਾਰੀਆਂ ਦਵਾਈਆਂ ਰਜਿਸਟਰਡ ਹੈ, ਔਰ ਸਾਡੀਆਂ ਆਪਣੀਆਂ ਫਾਰਮੂਲੇਸ਼ਨਸ ਹੈਗੀਆਂ, ਸਾਡੀ ਆਪਣੀ ਮੈਨੂਫੈਕਚਰਿੰਗ ਹੈਗੀ ਆ। ਸੋ ਤੁਸੀਂ ਅਗਰ ਕਿਸੇ ਵੀ ਗੰਭੀਰ ਬਿਮਾਰੀ ਤੋਂ ਪੀੜਤ ਹੋ, ਤੁਸੀਂ ਲੰਬਾ ਸਮਾਂ ਐਲੋਪੈਥੀ ਦੀਆਂ ਦਵਾਈਆਂ ਖਾਣ ਤੋਂ ਗੁਰੇਜ਼ ਕਰੋ, ਆਯੁਰਵੇਦ ਨਾਲ ਜੁੜੋ। ਤੁਸੀਂ ਇੱਕ ਵਾਰ ਸਾਡੇ ਸੈਂਟਰ ਗ੍ਰੇਟ ਪਾਥ ਆਯੁਰਵੇਦ ਆਓ, ਅਸੀਂ ਤੁਹਾਡੀ ਪ੍ਰੋਬਲਮ ਨੂੰ ਜਾਣ ਕੇ ਸਮਝ ਕੇ ਤੁਹਾਨੂੰ ਉਹਦੇ ਮੁਤਾਬਕ ਦਵਾਈ ਦੇਵਾਂਗੇ, ਔਰ ਤੁਹਾਡੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਡਾਕਟਰ ਸੰਜੀਵ ਕੁਮਾਰ ਜੀ, ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਹਰ ਪਹਿਲੂ ਤੇ ਚਾਨਣਾ ਪਾਇਆ। ਮੈਨੂੰ ਉਮੀਦ ਹੈ ਸਾਡੇ ਦਰਸ਼ਕ ਤੁਹਾਡੀ ਹਰ ਗੱਲ ਤੋਂ ਸੈਟੀਸਫਾਈ ਹੋਣਗੇ ਤੇ ਉਹਨਾਂ ਨੂੰ ਇਸ ਗੱਲ ਦਾ ਵੀ ਭਰੋਸਾ ਹੋਊਗਾ ਕਿ ਜੇਕਰ ਤੁਹਾਡੇ ਕੋਲ ਪਹੁੰਚ ਕਰਦੇ ਨੇ ਤਾਂ ਉਹਨਾਂ ਦੀ ਸਮੱਸਿਆ ਜੜ ਤੋਂ ਖਤਮ ਹੋਊਗੀ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਡਾਕਟਰ ਸੰਜੀਵ ਕੁਮਾਰ, ਗ੍ਰੇਟ ਪਾਥ ਆਯੁਰਵੇਦਾ, ਫਗਵਾੜੇ ਦੇ ਵਿੱਚ ਇਸ ਸਮੇਂ ਮੌਜੂਦ ਆ। ਨੰਬਰ ਅਤੇ ਐਡਰੈਸ ਹੇਠਾਂ ਚੱਲ ਰਹੇ ਨੇ, ਤੁਸੀਂ ਪਹੁੰਚ ਕਰ ਸਕਦੇ ਹੋ ਤੇ ਆਪਣੇ ਹਰੇਕ ਤਰੀਕੇ ਦੇ ਰੋਗ ਦਾ ਤੁਸੀਂ ਇੱਥੋਂ ਇਲਾਜ ਕਰਵਾ ਸਕਦੇ ਹੋ। ਅੰਤ ਦੇ ਵਿੱਚ ਡਾਕਟਰ ਸਾਹਿਬ ਨੇ ਹੋਰ ਵੀ ਬੜੇ ਰੋਗ ਦੱਸੇ ਨੇ ਜਿਨ੍ਹਾਂ ਦੇ ਉਹ ਮਾਹਰ ਨੇ, ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਉਹ ਕੱਢ ਸਕਦੇ ਨੇ। ਤੰਦਰੁਸਤ ਜੀਵਨ ਜਿਉਣਾ ਹਰ ਕਿਸੇ ਦਾ ਹੱਕ ਹੈ ਤੇ ਤੁਸੀਂ ਇਸ ਤੋਂ ਵਾਂਝੇ ਨਾ ਰਹੋ। ਜੇਕਰ ਕੋਈ ਵੀ ਸਮੱਸਿਆ ਹੈ ਤਾਂ ਪਹੁੰਚ ਕਰੋ, ਅਸੀਂ ਤੁਹਾਡੇ ਤੱਕ ਅਜਿਹੇ ਹਰ ਤਰੀਕੇ ਦੇ ਹੱਲ ਲੈ ਕੇ